ਭਾਰਤ ਇੱਕ ਵਿਸ਼ਾਲ ਦੇਸ਼ ਹੈ। ਹਰ ਸੂਬੇ ਦੇ ਆਪਣੇ ਅਲੱਗ-ਅਲੱਗ ਕਿੱਤੇ ਹਨ, ਅਲੱਗ ਆਰਥਿਕਤਾ ਹੈ ਤੇ ਲੋਕਾਂ ਦਾ ਰਹਿਣ ਸਹਿਣ ਅਲੱਗ-ਅਲੱਗ ਹੈ। ਪਰ ਹੁਣ ਹਾਲ ਵਿੱਚ ਹੀ ਕੇਂਦਰ ਸਰਕਾਰ ਨੇ 3 ਕਾਨੂੰਨ ਪਾਸ ਕਰਕੇ, ਖੇਤੀ ਕਾਨੂੰਨ ਪਾਸ ਕਰਕੇ ਪੂਰੇ ਭਾਰਤ ਨੂੰ ਇੱਕੋ ਧਾਗੇ ਵਿੱਚ ਪਰੋ ਦਿੱਤਾ ਹੈ। ਉਸ ਤੋਂ ਸਾਰਿਆਂ ਨੂੰ ਕੁਛ ਨਾ ਕੁਛ ਫਾਇਦੇ ਵੀ ਹੋ ਰਹੇ ਨੇ ਤੇ ਨੁਕਸਾਨ ਵੀ ਹੋ ਰਹੇ ਨੇ। ਹੁਣ ਉਹਦੇ ਨੁਕਸਾਨ ਕੀ ਨੇ ਤੇ ਫਾਇਦੇ ਕੀ ਨੇ, ਕਿਉਂਕਿ ਹਰ ਸੂਬੇ ਦੀ ਆਰਥਿਕਤਾ ਅਲੱਗ-ਅਲੱਗ ਹੈ। ਖੇਤੀ ਕਰਨ ਦੇ ਤਰੀਕੇ ਅਲੱਗ ਹਨ, ਖੇਤੀ ਵਾਸਤੇ ਫਸਲਾਂ ਅਲੱਗ ਹਨ। ਸੋ ਹਰ ਇੱਕ ਸੂਬੇ ਲਈ ਜਾਂ ਪੂਰੇ ਭਾਰਤ ਲਈ ਅਸੀਂ ਕਹਿ ਸਕੀਏ ਕਿ ਇਹ ਤਿੰਨੋਂ ਕਾਨੂੰਨ ਕਿੰਨੇ ਕੁ ਫਾਇਦੇਮੰਦ ਹਨ ਜਾਂ ਇਹਨਾਂ ਵਿੱਚ ਕੀ ਕਮੀਆਂ ਹਨ, ਕੀ ਲੂਪ ਹੋਲ ਹਨ। ਇਹਨਾਂ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਨੀ ਹੈ ਤੇ ਇਹ ਚਰਚਾ ਕਰਨ ਲਈ ਸਾਡੇ ਨਾਲ ਹਨ ਮਿਸਟਰ ਸੰਜੀਵ ਕੁਮਾਰ, ਜਿਨ੍ਹਾਂ ਬਾਰੇ ਦੱਸਣਾ ਜਿਹੜਾ ਮੇਰੇ ਲਈ ਇੰਨਾ ਸੌਖਾ ਨਹੀਂ ਹੈ ਕਿਉਂਕਿ ਇਹਨਾਂ ਬਾਰੇ ਬਹੁਤ ਕੁਝ ਕਰ ਰਹੇ ਨੇ, ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰੂੰਗੀ। ਸਾਡੇ ਨਾਲ ਨੇ ਮਿਸਟਰ ਸੰਜੀਵ ਕੁਮਾਰ, ਜੋ ਕਿ ਇੱਕ ਐਜੂਕੇਸ਼ਨਿਸਟ ਨੇ, ਇੱਕ ਸੋਸ਼ਲ ਵਰਕਰ ਨੇ, ਵਰਲਡਸ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਮੈਂਬਰ ਵੀ ਨੇ, ਡਿਸਟ੍ਰਿਕਟ ਪੋਲਿਊਸ਼ਨ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਵੀ ਮੈਂਬਰ ਨੇ ਤੇ ਪ੍ਰੈਜ਼ੀਡੈਂਟ ਨੇ ਇੱਕ NGO A4C ਦੇ। ਸਰ, ਮੈਂ ਆਪਣੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸਰ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 3 ਕਾਨੂੰਨ ਜਿਹੜੇ ਕੇਂਦਰ ਸਰਕਾਰ ਨੇ ਪਾਸ ਕੀਤੇ ਹਨ, ਇਹਨਾਂ ਬਾਰੇ ਬਹੁਤ ਚਰਚਾ ਹੋ ਚੁੱਕੀ ਹੈ ਹੁਣ ਤੱਕ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰੀ ਇਹਨਾਂ 'ਤੇ ਰੋਸ਼ਨੀ ਪਾਓ ਕਿ ਇਹਨਾਂ ਦੇ ਮਤਲਬ ਇੱਕ ਕਾਨੂੰਨ ਹੈ ਕੀ, ਇਹਨਾਂ ਦੇ ਲੂਪ ਹੋਲਸ ਕੀ ਨੇ ਜਿਨ੍ਹਾਂ 'ਤੇ ਇੰਨਾ ਬਵਾਲ ਹੋ ਰਿਹਾ। ਦੇਖੋ, ਇਸ ਵੇਲੇ ਪੂਰਾ ਭਾਰਤ ਜਿਹੜਾ ਹੈ ਇੱਕ ਅੰਦੋਲਨ ਦੇ ਵਿੱਚ, ਇੱਕ ਤਰ੍ਹਾਂ ਨਾਲ ਅਸੀਂ ਜਦ ਦੇਖਦੇ ਹਾਂ ਪੂਰਾ ਭਾਰਤ ਜਿਹੜਾ ਅੰਦੋਲਨ 'ਚ ਕੁੱਦਿਆ ਹੋਇਆ ਹੈ। ਬਹੁਤ ਸਮੇਂ ਤੋਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਕਿਸਾਨ ਸੁਧਾਰ ਜਿਹੜੇ ਕਾਨੂੰਨ ਉਹਨਾਂ ਦੀ ਵਕਾਲਤ ਕਰਦੀਆਂ ਰਹੀਆਂ। ਉਸ ਦੇ ਵਿੱਚ APMC, ਜਿਹਨੂੰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਜਿਹੜੀ ਸਾਡੀ ਹੈਗੀ ਆ, ਉਹਦੇ ਵਿੱਚ ਸੁਧਾਰਾਂ ਨੂੰ ਲੈ ਕੇ ਵੀ ਗੱਲ ਹੁੰਦੀ ਰਹੀ। ਫਸਟ ਟਾਈਮ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਕੇਂਦਰ 'ਚ ਹੈ, ਇਸ ਨੇ ਇਹ 3 ਕਾਨੂੰਨ ਪਾਸ ਕੀਤੇ ਤਾਂ ਕਿ ਕਿਸਾਨਾਂ ਦਾ ਉਥਾਨ ਹੋ ਸਕੇ। ਮੋਟੇ ਪਿੱਛੇ ਇਹ ਹੈ ਕਿ ਕਿਸਾਨਾਂ ਦੀ ਇਨਕਮ ਜਿਹੜੀ ਹੈ ਉਹ ਡਬਲ ਹੋਏ ਜਾਂ ਉਸ ਤੋਂ ਵੱਧ ਹੋ ਸਕੇ। ਲੇਕਿਨ ਇਹਦੇ ਵਿੱਚ ਬਹੁਤ ਸਾਰੇ ਫਲਾਜ਼ ਹੈਗੇ ਆ, ਬਹੁਤ ਸਾਰੀਆਂ ਕਮੀਆਂ ਹੈਗੀਆਂ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਚਿੰਤਿਤ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਪੈਰਲਲ ਜਿਹੜੀ ਹੈ ਪ੍ਰਾਈਵੇਟ ਮੰਡੀ ਨੂੰ ਅਲਾਉ ਕੀਤਾ। ਪ੍ਰਾਈਵੇਟ ਮੰਡੀ ਦਾ ਮਤਲਬ ਇਹ ਹੈ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਉਹ ਆ ਕੇ ਆਪਣੀ ਮੰਡੀ ਲਗਾਏਗਾ ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਜਾ ਸਕਦਾ, ਔਰ ਸਰਕਾਰੀ ਮੰਡੀ ਵਿੱਚ ਕਿਸਾਨ ਨੂੰ 8% ਟੈਕਸ ਜਿਹੜਾ ਪੇ ਕਰਨਾ ਪੈਂਦਾ, ਪ੍ਰਾਈਵੇਟ ਮੰਡੀ 'ਚ 1% ਟੈਕਸ ਦੇਣਾ ਪਏਗਾ। ਸੋ ਕਿਸਾਨ ਨੂੰ ਲਗਭਗ 7% ਦਾ ਪ੍ਰੋਡਿਊਸ ਦੇ ਉੱਤੇ ਇਮੀਡੀਏਟਲੀ ਬੈਨੀਫਿਟ ਮਿਲਦਾ। ਔਰ ਇਹ ਮੰਨਿਆ ਜਾਂਦਾ ਕਿ ਪ੍ਰਾਈਵੇਟ ਪਲੇਅਰਸ ਦੇ ਆਉਣ ਦੇ ਨਾਲ ਉਹਨਾਂ ਦੀ ਜਿਹੜੀ ਵੈਲਿਊ ਆਫ ਪ੍ਰੋਡਿਊਸ ਹੈਗੀ ਆ, ਜਿਹੜੀ ਉਹਨਾਂ ਦੀ ਫਸਲ ਆ, ਉਸ ਦਾ ਉਹਨੂੰ ਜ਼ਿਆਦਾ ਮੁੱਲ ਮਿਲੇਗਾ ਸਰਕਾਰ ਦੇ ਨਾਲੋਂ, ਕਿਉਂਕਿ ਬਹੁਤ ਸਾਰੇ ਪਲੇਅਰਸ ਉਹਦੇ ਵਿੱਚ ਹੋਣਗੇ। ਹੁਣ ਖਦਸ਼ਾ ਇਸ ਕਾਨੂੰਨ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਪਿਆ ਕਿ ਕਿਸਾਨਾਂ ਨੂੰ ਲੱਗਦਾ ਕਿ ਇਸ ਵੇਲੇ ਸਰਕਾਰ ਸਾਡੀ ਫਸਲ ਪ੍ਰੋਕਿਓਰ ਕਰਦੀ ਹੈ। 2 ਫਸਲਾਂ ਪੰਜਾਬ ਦੇ ਵਿੱਚੋਂ, ਪੰਜਾਬ ਹਰਿਆਣਾ ਜਿਹੜੇ ਹੈ ਸਾਡੇ ਲਗਭਗ ਭਾਰਤ ਦੇ 6% ਜਿਹੜੇ ਕਿਸਾਨ ਹੈ, ਇਹਨਾਂ ਦੀ ਫਸਲ ਜਿਹੜੀ ਹੈ ਸਰਕਾਰ ਪ੍ਰੋਕਿਓਰ ਕਰਦੀ ਹੈ, ਸਾਡੀ ਪੈਡੀ ਔਰ ਵੀਟ। ਹਾਂਜੀ। ਔਰ ਇਹਨਾਂ ਦੋਨਾਂ ਫਸਲਾਂ ਦੇ ਉੱਤੇ MSP ਤੇ ਖਰੀਦ ਹੁੰਦੀ ਹੈ। ਹਾਲਾਂਕਿ ਭਾਰਤ ਪੂਰੇ ਵਿੱਚ ਲਗਭਗ 23 ਫਸਲਾਂ ਇਹੋ ਜਿਹੀਆਂ ਜਿਹਦੇ ਉੱਤੇ ਸਰਕਾਰ MSP ਕੋਸ਼ਿਸ਼ ਤਾਂ ਕਰਦੀ ਹੈ, ਲੇਕਿਨ ਉਹ ਪ੍ਰੋਕਿਓਰਮੈਂਟ ਦੀ ਗਰੰਟੀ ਨਹੀਂ ਹੈ। ਤੇ ਸਿਰਫ ਕਣਕ ਔਰ ਝੋਨਾ ਜਿਹੜਾ ਪੰਜਾਬ ਹਰਿਆਣਾ ਦੇ ਕਿਸਾਨਾਂ ਕੋਲੋਂ ਖਰੀਦਿਆ ਜਾਂਦਾ। ਕਿਸਾਨਾਂ ਦਾ ਖਦਸ਼ਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਕਿਸਾਨ ਜਿਹੜੇ ਆ ਸ਼ਾਰਟ ਟਰਮ ਲਾਲਚ 'ਚ ਆ ਕੇ ਪ੍ਰਾਈਵੇਟ ਮੰਡੀਆਂ ਵਿੱਚ ਜਾਣਗੇ, ਆਪਣੀ ਫਸਲ ਦਾ ਵੱਧ ਮੁੱਲ ਉਹਨਾਂ ਨੂੰ ਮਿਲੇਗਾ। ਲੇਕਿਨ ਜਦੋਂ ਸਰਕਾਰੀ ਮੰਡੀ ਖਤਮ ਹੋ ਜਾਏਗੀ ਜਾਂ ਨੈਚੁਰਲੀ ਜਦੋਂ ਉਸ ਦੇ ਵਿੱਚ ਲੋਕੀ ਪ੍ਰੋਡਿਊਸ ਨਹੀਂ ਵੇਚਣਗੇ ਤਾਂ ਉਹ ਹੌਲੀ-ਹੌਲੀ ਖਤਮ ਹੋਏਗੀ। ਤਾਂ ਖਤਮ ਹੋਣ ਤੋਂ ਬਾਅਦ ਫਿਰ ਪ੍ਰਾਈਵੇਟ ਪਲੇਅਰਸ ਜਿਹੜੇ ਆ ਮਨਮਰਜ਼ੀ ਕਰਨਗੇ, ਆਪਣੀ ਮਰਜ਼ੀ ਦੇ ਨਾਲ ਕਿਸਾਨਾਂ ਨੂੰ ਪੇ ਕਰਨਗੇ ਔਰ ਉਹਨਾਂ ਦੀ ਪ੍ਰੋਕਿਓਰਮੈਂਟ ਗਰੰਟੀ ਜਿਹੜੀ ਆ ਉਹ ਖਤਮ ਹੋ ਜਾਏਗੀ। ਸੋ ਪਹਿਲਾ ਜਿਹੜਾ ਕਾਨੂੰਨ ਹੈ ਉਸ ਦੇ ਵਿੱਚ ਤਾਂ ਕਿਸਾਨਾਂ ਨੂੰ ਇਹ ਸ਼ੱਕ ਸ਼ੁਬਾ ਹੈ। ਮਤਲਬ ਕਿ ਉਹ ਕਿਸਾਨਾਂ ਦੀ ਸਿੱਧਾ ਕਹਿ ਸਕਦੇ ਆ ਸਿੰਪਲ ਸ਼ਬਦਾਂ ਦੇ ਵਿੱਚ ਕਿ ਲੁੱਟ ਖਸੁੱਟ ਦਾ ਖਰਚਾ ਹੈ, ਜਿਵੇਂ ਪ੍ਰਾਈਵੇਟ ਸਕੂਲਸ ਆ ਗਏ, ਹਸਪੀਟਲਸ ਆ ਗਏ, ਇਵੇਂ ਦੀਆਂ ਚੀਜ਼ਾਂ। ਹਾਂ, ਜਿਸ ਤਰ੍ਹਾਂ ਮਤਲਬ ਸਰਕਾਰ ਦਾ ਬੇਸਿਕ ਕੰਮ ਹੁੰਦਾ ਕਿ ਐਜੂਕੇਸ਼ਨ ਔਰ ਹੈਲਥ ਜਿਹੜੀ ਹੈ ਉਸ ਨੂੰ ਪ੍ਰੋਵਾਈਡ ਕਰਨਾ, ਲੇਕਿਨ ਅਸੀਂ ਐਕਸਪੀਰੀਅੰਸ ਕੀਤਾ ਹੈ ਕਿ ਅੱਜ ਪ੍ਰਾਈਵੇਟ ਪਲੇਅਰਸ ਦੇ ਆਉਣ ਦੇ ਨਾਲ ਸਰਕਾਰੀ ਸਾਡੀ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਆਲਮੋਸਟ ਖਤਮ ਹੋ ਚੁੱਕੀ। ਅੱਜ ਪ੍ਰਾਈਵੇਟ ਸਕੂਲ ਹੀ ਫਲਰਿਸ਼ ਕਰਦੇ ਪਏ। ਸਿਮਿਲਰਲੀ ਪ੍ਰਾਈਵੇਟ ਸੈਕਟਰ ਦਾ ਹਸਪੀਟਲ 'ਚ ਆਉਣ ਦੇ ਨਾਲ ਸਾਡਾ ਉਹ ਜਿਹੜਾ ਹੈਲਥ ਸੈਕਟਰ ਸੀਗਾ
ਪਬਲਿਕ ਹੈਲਥ ਸੈਕਟਰ ਉਹ ਵੀ ਬਹੁਤ ਬੁਰੀ ਹਾਲਤ ਦੇ ਵਿੱਚ ਹੈ, ਜਿਹਦਾ ਨੁਕਸਾਨ ਸਿੱਧੇ ਰੂਪ 'ਚ ਆਮ ਜਨਤਾ ਨੂੰ ਹੀ ਦੇਖਣ ਨੂੰ ਮਿਲਦਾ ਹੈ। ਸੋ ਦੂਸਰੇ ਪਾਸੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਪਿੱਛੇ ਟੈਲੀਕਮਿਊਨੀਕੇਸ਼ਨ ਦੇ ਵਿੱਚ ਵੀ ਕਿਸੇ ਕੰਪਨੀ ਨੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਫ੍ਰੀ ਦੀ ਆਫਰ ਵੀ ਦਿੱਤੀ, ਹਾਂਜੀ, ਔਰ ਆਫਟਰ ਦੈਟ ਫਿਰ ਉਹ ਉਸ ਤੋਂ ਜਦੋਂ ਲੋਕ ਯੂਜ਼ ਟੂ ਹੋ ਗਏ ਤਾਂ ਸਾਡੀ ਸਰਕਾਰੀ ਕੰਪਨੀ ਚਾਹੇ BSNL ਸੀ ਚਾਹੇ ਦੂਸਰੀਆਂ ਕੰਪਨੀਆਂ ਸੀ ਉਹ ਘਾਟੇ ਵਿੱਚ ਚਲੇ ਗਈਆਂ, ਲੇਕਿਨ ਅੱਜ ਉਹ ਖਤਮ ਹੀ ਹੋ ਗਈਆਂ। ਸੋ ਜਦੋਂ ਇਹ ਪ੍ਰਾਈਵੇਟ ਮੰਡੀਆਂ ਫਲਰਿਸ਼ ਕਰਨਗੀਆਂ ਤਾਂ ਸਾਡੀ ਸਰਕਾਰੀ ਮੰਡੀ ਖਤਮ ਹੀ ਹੋਏਗੀ, ਇਹ ਆਲਮੋਸਟ ਸ਼ੋਰ ਹੈ, ਤਾਂ ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਬਹੁਤ ਮੁਸ਼ਕਿਲ ਪੇਸ਼ ਹੋ ਸਕਦੀ। ਸਰ ਜਿਹੜੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਨੇ ਕੇਂਦਰ ਨੇ ਜੀ, ਕਿ ਕੇਂਦਰ ਕੋਲ ਕੋਈ ਇੱਦਾਂ ਦੀ ਐਗਜ਼ਾਮਪਲ ਹੈ ਕਿਸੇ ਹੋਰ ਕੰਟਰੀ ਦੀ, ਕਿਸੇ ਹੋਰ ਕੰਟੀਨੈਂਟ ਦੀ, ਕਿ ਜਿੱਥੇ ਇਹ ਜਿਹੜਾ ਇਹ ਕਾਨੂੰਨ ਹੈ ਸਫਲ ਹੋਏ ਹੋਣੇ, ਮੇਰੀ ਖੇਤੀ ਸਫਲ ਹੋਈ ਹੋਵੇ? ਦੇਖੋ ਇਸ ਦੇ ਵਿੱਚ ਐਜ਼ ਸੱਚ ਵਰਲਡ ਦੇ ਸ਼ਾਇਦ ਕਿਸੇ ਕੰਟਰੀ 'ਚ ਹਜੇ ਤੱਕ ਇਹੋ ਜਿਹੇ ਕਾਨੂੰਨ ਜਿਹੜੇ ਆ ਉਹ ਸਕਸੈਸ ਦੀ ਗਰੰਟੀ ਜਿਹੜੀ ਆ ਉਹ ਕਿਤੇ ਵੀ ਨਜ਼ਰ ਨਹੀਂ ਆਈ। ਹਾਲਾਂਕਿ ਅਮਰੀਕਾ ਨੇ ਇਹ ਚੀਜ਼ਾਂ ਪਹਿਲਾਂ ਐਕਸਪੀਰੀਅੰਸ ਕਰ ਲਈਆਂ, ਲੋਕੀ ਉੱਥੇ ਹੌਲੀ ਹੌਲੀ ਐਗਰੀਕਲਚਰ ਦੇ ਵਿੱਚੋਂ ਬਾਹਰ ਨਿਕਲ ਗਏ, ਔਰ ਅੱਜ ਲਗਭਗ 1.5% ਹੀ ਲੋਕ ਸਿਰਫ ਐਗਰੀਕਲਚਰ 'ਚ ਅਮਰੀਕਾ ਵਰਗੇ ਦੇਸ਼ 'ਚ ਰਹਿ ਗਏ, ਸਾਰੇ ਲੋਕ ਐਗਰੀਕਲਚਰ 'ਚ ਬਾਹਰ ਨਿਕਲ ਗਏ। ਸੋ ਇੰਡੀਆ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਐਗਰੀਕਲਚਰ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਜਾਏ। ਇੰਡੀਆ ਇਸ ਵੇਲੇ ਸਾਡਾ ਫੂਡ ਸਰਪਲਸ ਕੰਟਰੀ ਬਣ ਚੁੱਕਾ ਹੈ। ਹੁਣ ਸਰਕਾਰ ਨੂੰ ਸਪੋਜ਼ ਅਗਰ PDS ਸਕੀਮ 'ਚ ਵੀ ਸਰਕਾਰ ਨੇ ਡਿਸਟ੍ਰੀਬਿਊਟ ਕਰਨਾ ਹੈ ਤਾਂ ਸਿੰਪਲ ਜਿਹਾ ਲੌਜਿਕ ਹੈ ਕਿ ਹੁਣ ਮੰਨ ਲਓ ਸਪੋਜ਼ 2 ਲੱਖ ਮੀਟ੍ਰਿਕ ਟਨ ਉਹਨੂੰ ਕਣਕ ਚਾਹੀਦੀ, ਹਾਂਜੀ, ਲੇਕਿਨ ਪ੍ਰੋਡਕਸ਼ਨ ਹੋ ਰਹੀ ਹੈ 5 ਲੱਖ ਮੀਟ੍ਰਿਕ ਟਨ ਦੀ ਜੀ, ਤੇ ਸਰਕਾਰ ਨੂੰ 3 ਲੱਖ ਮੀਟ੍ਰਿਕ ਟਨ ਐਕਸਟਰਾ ਪਰਚੇਜ਼ ਕਰਨਾ ਪੈਂਦਾ ਹੈ। ਸੋ ਸਰਕਾਰ ਨੂੰ ਇਹ ਲੱਗਦਾ ਹੈ ਕਿ ਅਸੀਂ ਜੇ FCI ਦੇ ਵਿੱਚੋਂ ਬਾਹਰ ਨਿਕਲ ਜਾਈਏ, ਅਸੀਂ ਉਹ ਪ੍ਰੋਕਿਉਰਮੈਂਟ ਦੇ ਸਿਸਟਮ 'ਚ ਬਾਹਰ ਨਿਕਲ ਜਾਈਏ, ਪ੍ਰਾਈਵੇਟ ਪਲੇਅਰਸ ਜਿਹੜੇ ਆਪਣੇ ਆਪ ਖਰੀਦਣਗੇ ਔਰ ਸਾਡਾ ਸਿਸਟਮ ਹੀ ਖਤਮ ਹੋ ਜਾਏਗਾ, ਤਾਂ ਕਿਤੇ ਨਾ ਕਿਤੇ ਉਹ ਸ਼ਾਇਦ ਇੱਕ ਦੂਰਅੰਦੇਸ਼ੀ ਸਰਕਾਰ ਦੀ ਹੈ, ਜਿਹਦੇ ਨਾਲ ਨੁਕਸਾਨ ਤਾਂ ਅਲਟੀਮੇਟ ਡਿਪਾਰਟਮੈਂਟ ਨੂੰ ਹੀ ਹੋਣਾ। ਕਹਿ ਸਕਦੇ ਹਾਂ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੇ ਸਾਰੇ ਲੋਕਾਂ ਦੀ ਫਸਲ ਨੂੰ ਸੰਭਾਲਣਾ, ਪਹਿਲਾਂ ਖਰੀਦਣਾ ਫਿਰ ਸੰਭਾਲਣਾ ਔਖਾ ਆ। ਇਹਦੇ ਵਿੱਚ ਇਸ ਤਰ੍ਹਾਂ ਵੀ ਅਸੀਂ ਸਮਝ ਸਕਦੇ ਹਾਂ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਨਾ ਉਹਦੇ ਵਿੱਚ ਸਮਾਰਟ ਫਾਰਮਿੰਗ ਹੀ ਕਿਤੇ ਨਾ ਕਿਤੇ ਜਿਹੜੀ ਆ ਉਹ ਕਾਮਯਾਬ ਹੋਏਗੀ, ਜਦੋਂ ਅਸੀਂ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਹੀ, ਕਿਉਂਕਿ ਪੰਜਾਬ ਜਿਹੜਾ ਇਹ ਹਰੀ ਕ੍ਰਾਂਤੀ ਦਾ ਸ਼ਿਕਾਰ ਹੋਇਆ ਬੇਸਿਕਲੀ 1960s ਦੇ ਵਿੱਚ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਵਿੱਚ ਅਨਾਜ ਨਹੀਂ ਹੁੰਦਾ ਸੀ, ਸਾਨੂੰ ਦੂਸਰੇ ਦੇਸ਼ਾਂ 'ਤੇ ਨਿਰਭਰ ਕਰਨਾ ਪੈਂਦਾ ਸੀ। ਹਾਂਜੀ, 1960 ਦੇ ਲਗਭਗ ਪੰਜਾਬ ਹਰਿਆਣਾ ਵਿੱਚ ਅਸੀਂ ਹਰੀ ਕ੍ਰਾਂਤੀ ਦਾ ਜਿਹੜਾ ਕੀਤਾ, ਉਸ ਦੇ ਨਾਲ ਸਾਡੀ ਜਿਹੜੀ ਪ੍ਰੋਡਿਊਸ ਵਧਾਉਣ ਵਾਸਤੇ ਅਸੀਂ ਬਹੁਤ ਸਾਰੀਆਂ ਖਾਦਾਂ ਦਾ ਪ੍ਰਯੋਗ ਕੀਤਾ, ਮਸ਼ੀਨਰੀ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ, ਲੇਕਿਨ ਸਭ ਤੋਂ ਜ਼ਿਆਦਾ ਕਿ ਅਸੀਂ ਜ਼ਮੀਨ ਦਾ ਪਾਣੀ ਕੱਢਣਾ ਸ਼ੁਰੂ ਕਰਤਾ। ਅੱਜ ਲਗਭਗ ਅਸੀਂ ਆਪਣੀ ਜ਼ਮੀਨ ਬੰਜਰ ਕਰ ਲਈ, ਅੱਜ ਸਾਡੀ ਜਿਹੜੀ ਸੋਇਲ ਹੈ ਉਹ ਪੂਰੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਉਹਦੇ ਵਿੱਚ ਕੁਝ ਵੀ ਤੁਸੀਂ ਬਿਨਾਂ ਖਾਦ ਪਾਏ ਉਗਾ ਨਹੀਂ ਸਕਦੇ। ਸੋ ਇਹ ਜਿਹੜੀ ਚੀਜ਼ ਹੈ ਇਹਦਾ ਨੁਕਸਾਨ ਤਾਂ ਕਿਤੇ ਨਾ ਕਿਤੇ ਪੰਜਾਬ ਔਰ ਹਰਿਆਣਾ ਦੇ ਲੋਕਾਂ ਨੂੰ ਹੀ ਹੋਇਆ, ਕਿਉਂਕਿ ਅੱਜ ਮਾਲਵਾ ਪੂਰਾ ਦੇਖ ਲਈਏ ਕੈਂਸਰ ਦਾ ਸ਼ਿਕਾਰ ਹੋ ਗਿਆ ਬਹੁਤ ਸਾਰੇ ਲੋਕ। ਸੋ ਅਸੀਂ ਇਸ ਦਾ ਬਹੁਤ ਜ਼ਿਆਦਾ ਨੁਕਸਾਨ, ਸੋ ਸਾਨੂੰ ਕਿਸਾਨਾਂ ਨੂੰ ਇਹ ਸੋਚਣਾ ਪਏਗਾ ਕਿ ਹੁਣ ਅਸੀਂ ਕਿੰਨੀ ਦੇਰ ਕਣਕ ਔਰ ਝੋਨੇ ਦੇ ਉੱਤੇ ਨਿਰਭਰ, ਹਾਲਾਂਕਿ ਝੋਨਾ ਪੰਜਾਬ ਦੀ ਫਸਲ ਹੀ ਨਹੀਂ ਹੈ, ਲੇਕਿਨ ਕਿਉਂਕਿ ਸਰਕਾਰ ਦੀ ਗਰੰਟੀ ਹੁੰਦੀ ਹੈ ਉਹਨੂੰ ਪਰਚੇਜ਼ ਕਰਨਾ, ਤਾਂ ਇਸ ਕਰਕੇ ਕਿਸਾਨ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਫਸਲ ਜਿਹੜੀ ਪੈਦਾ ਕਰੀਏ ਤਾਂ ਕਿ ਸਰਕਾਰ ਨੇ ਸਾਡੀ ਖਰੀਦ ਲੈਣੀ, ਬਾਕੀ ਫਸਲਾਂ ਜਿਹੜੀਆਂ ਸਰਕਾਰ ਖਰੀਦਣ ਦੀ ਗਰੰਟੀ ਨਹੀਂ ਕਰਦੀ। ਮਤਲਬ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਪੁਰਾਣਾ ਸਿਸਟਮ ਖਤਮ ਨਹੀਂ ਕਰਨਾ ਚਾਹੀਦਾ ਸੀ, ਉਹਦੇ ਵਿੱਚ ਸੁਧਾਰ ਕਰਨੇ ਚਾਹੀਦੇ ਸੀ। ਸੋ ਲੋੜ ਇਸ ਵੇਲੇ ਸੁਧਾਰਾਂ ਦੀ ਹੈ, ਔਰ ਇਹਦੇ ਵਾਸਤੇ ਹੀ ਸਰਕਾਰ ਨੇ ਜਿਹੜਾ ਇਹ ਲਾਅ ਵੀ ਲਿਆਂਦੇ ਉਹ ਸੁਧਾਰਾਂ ਵੱਲ ਨੂੰ ਲਿਆਂਦੇ। ਹੁਣ ਇਹਦੇ ਵਿੱਚ ਸੁਧਾਰਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨਾਂ ਨੇ ਜਿਹੜੇ ਖਰਚੇ ਕੀਤੇ ਆ, ਸੋ ਕਿਤੇ ਨਾ ਕਿਤੇ ਇੱਕ ਇਹੋ ਜਿਹੀ ਕਮੇਟੀ ਬਣਾ ਕੇ ਇਹੋ ਜਿਹਾ ਕੋਈ ਇੰਟੈਲੈਕਚੁਅਲਸ ਫਾਰਮਰਸ ਲੀਡਰ ਜਿਹੜੇ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਡਿਸਕਸ਼ਨ ਹੋਣੀ ਚਾਹੀਦੀ ਸੀ, ਉਸ ਤੋਂ ਬਾਅਦ ਹੀ ਕਾਨੂੰਨ ਜਿਹੜੇ, ਹਾਲਾਂਕਿ ਕਿਸਾਨ ਵੀ ਚਾਹੁੰਦੇ ਆ ਕਿ ਇਹੋ ਜਿਹੇ ਸੁਧਾਰ ਕ੍ਰਿਸ਼ੀ ਵਿੱਚ ਹੋਣੇ ਚਾਹੀਦੇ। ਜਿਵੇਂ ਕਿਸਾਨਾਂ ਨੂੰ, ਮੇਰੇ ਹਿਸਾਬ ਨਾਲ ਮੈਂ ਤੁਹਾਡਾ ਓਪੀਨੀਅਨ ਲੈਣਾ ਚਾਹੂੰਗੀ ਕਿ ਕਿਸਾਨਾਂ ਨੂੰ ਇਹ ਆਪਣੀ ਡਿਮਾਂਡ ਰੱਖਣੀ ਚਾਹੀਦੀ ਆ ਕਿ MSP ਦੀ ਜਿਹੜੀ ਉਹ ਗਾਰੰਟੀ ਦਿੰਦੇ ਕਣਕ ਤੇ ਝੋਨੇ ਵਾਸਤੇ, ਉਸ ਤੋਂ ਹਟਾ ਕੇ ਦੂਜੀਆਂ ਫਸਲਾਂ ਦੀ ਉਹ ਗਾਰੰਟੀ ਦਿੱਤੀ ਜਾਵੇ, ਲਾਈਕ ਜਿਵੇਂ ਸਬਜ਼ੀਆਂ ਆ, ਆਲੂ ਆ, ਗੋਭੀ ਆ, ਕੁਛ ਵੀ ਆ, ਕੋਈ ਵੀ ਕਿਸਾਨ ਉਸ ਪਾਸੇ ਨੂੰ ਜਾ ਕੇ ਨਹੀਂ ਰਾਜੀ, ਕਿਉਂਕਿ ਉਹਨੂੰ ਰਿਸਕ ਉਠਾਉਣਾ ਪੈਂਦਾ। ਤੁਸੀਂ ਇਸ ਬਾਰੇ ਕੀ ਸੋਚਦੇ ਆ? ਕਿਉਂਕਿ ਕਦੀ ਕਿਸਾਨ ਆਲੂ ਚੋਂ ਲੱਖ ਰੁਪਇਆ ਵੀ ਕਮਾ ਸਕਦਾ ਇੱਕ ਪੈੜੀ ਚੋਂ, ਤੇ ਕਦੀ ਵਿਚਾਰਾ 10,000 ਚ ਵੀ ਰਹਿ ਜਾਂਦਾ ਜੀ। ਜਿਹੜਾ ਸਰਕਾਰ ਨੇ ਦੂਸਰਾ ਕਾਨੂੰਨ ਲਿਆਂਦਾ, ਉਹ ਕਾਨੂੰਨ ਹੀ ਇਹ ਹੈਗਾ ਕਿ ਉਹਦੇ ਵਿੱਚ ਅਨਲਿਮਿਟਡ ਹੋਲਡਿੰਗ ਕੋਈ ਵੀ ਆਦਮੀ ਜਿਹੜੀ ਉਹ ਕਿੰਨੀ ਵੀ ਕਰ ਸਕਦਾ, ਕਿਉਂਕਿ ਸਰਕਾਰ ਨੂੰ ਇਹ ਲੱਗਦਾ ਕਿ ਅਸੀਂ ਇਹ ਫਰੀਡਮ ਸਾਨੂੰ ਦੇਣੀ ਪਏਗੀ। ਜੇ ਅਸੀਂ ਫਰੀਡਮ ਦੇਵਾਂਗੇ ਤਾਂ ਹੀ ਪ੍ਰਾਈਵੇਟ ਪਲੇਅਰਸ ਜਿਹੜੇ ਆ ਉਹ ਬਾਜ਼ਾਰ ਦੇ ਵਿੱਚੋਂ
ਫਸਲ ਖਰੀਦਣਗੇ ਔਰ ਹਾਂਜੀ। ਕਿਸਾਨ ਨੂੰ ਉਹਦਾ ਉਚਿਤ ਮੁੱਲ ਮਿਲੇਗਾ। ਇਹਦੇ ਨਾਲ ਜਿਹੜੀ ਹੁਣ ਦੂਸਰਾ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਪ੍ਰਾਈਵੇਟ ਬੰਦਾ ਜਦੋਂ ਆਪਣੇ ਕੋਲ ਸਟੋਰ ਕਰੇਗਾ ਔਰ ਉਹ ਸਟੋਰ ਆਮ ਇਨਸਾਨ ਕਿਸਾਨ 5-10 ਕੁਇੰਟਲ ਹੀ ਆਪਣੇ ਕੋਲ ਪਿਆਜ਼ ਘਰ 'ਚ ਸਟੋਰ ਕਰ ਸਕਦਾ, ਉਸ ਤੋਂ ਜ਼ਿਆਦਾ ਨਹੀਂ ਉਹਦੇ ਕੋਲ ਫੈਸਿਲਿਟੀਜ਼ ਨਹੀਂ ਹੈਗੀਆਂ। ਜੀ ਬਹੁਤ ਵੱਡੇ ਵੱਡੇ ਉਦਯੋਗਿਕ ਘਰਾਣੇ ਉਹਨਾਂ ਦੇ ਕੋਲ ਇਹੋ ਜਿਹੇ ਬਹੁਤ ਸਾਰੇ ਸਮਾਨ ਹੈ ਕਿ ਉਹਨਾਂ ਨੇ ਆਪਣੇ ਬਹੁਤ ਵੱਡੇ ਵੱਡੇ ਗੋਡਾਊਨਸ, ਬਹੁਤ ਵੱਡੇ ਸ਼ੈੱਲ ਬਣਾਏ ਹੈ ਜਿਹਦੇ ਵਿੱਚ ਉਹ ਆਪਣੀ ਬਹੁਤ ਵੱਡੇ ਲੈਵਲ ਦੇ ਉੱਤੇ ਫਸਲ ਜਿਹੜੀ ਪ੍ਰੋਕਿਓਰ ਕਰਕੇ ਉਹਨੂੰ ਸਟੋਰ ਕਰ ਸਕਦੇ। ਜਦੋਂ ਉਹਨਾਂ ਦੀ ਮੋਨੋਪੋਲੀ ਹੋ ਜਾਏਗੀ ਮਾਰਕੀਟ ਦੇ ਵਿੱਚ ਤਾਂ ਉਹਦਾ ਖਮਿਆਜ਼ਾ ਸਾਰੇ ਕਿਸਾਨਾਂ ਨੂੰ ਨਹੀਂ ਬਲਕਿ ਆਮ ਕੰਜ਼ਿਊਮਰ ਨੂੰ ਵੀ ਭੁਗਤਣਾ ਜੀ ਜਦੋਂ ਪਏਗਾ। ਚੀਜ਼ਾਂ ਮਹਿੰਗੀਆਂ ਮਿਲਣਗੀਆਂ ਜੀ। ਤਾਂ ਡੈਫੀਨੇਟਲੀ ਕਿਉਂਕਿ ਉਹਨਾਂ ਦੇ ਕੋਲ ਹੀ ਸਾਰਾ ਉਹਦਾ ਰੇਟ ਤੈਅ ਕਰਨ ਦੀ ਜਿਹੜੀ ਕਪੈਸਿਟੀ ਉਹਨਾਂ ਕੋਲ ਹੋਏਗੀ ਕਿ ਅਸੀਂ ਕਿੰਨੇ ਦੀ ਵੇਚਣੀ। ਫੋਰ ਐਗਜ਼ਾਮਪਲ ਅਸੀਂ ਅਗਰ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਸਪੋਜ਼ ਕੋਈ ਚੀਜ਼ 30 ਰੁਪਏ ਦੀ ਉਹ ਪ੍ਰੋਕਿਓਰ ਕਰਦੇ ਆ, ਸਾਰੇ ਮਾਰਕੀਟ ਦੀ ਫਸਲ ਉਹ ਖਰੀਦ ਸਕਦੇ ਔਰ ਉਸ ਤੋਂ ਬਾਅਦ ਫਿਰ ਉਹ ਕਹਿਣਗੇ ਕਿ ਅਸੀਂ ਮੰਨ ਲਓ ਸਪੋਜ਼ 100 ਰੁਪਏ ਤਾਂ 200 ਰੁਪਇਆ ਵੇਚਣਾ। ਸਰਕਾਰ ਨੇ ਇਹਦੇ ਵਿੱਚ ਜਿਹੜੇ ਸੇਫਗਾਰਡਸ ਕੀਤੇ ਆ ਜੀ ਕਿ ਵਾਰ ਦੀ ਸਿਚੁਏਸ਼ਨ 'ਚ ਜਾਂ ਕੋਈ ਨੈਚੁਰਲ ਕਲੈਮਿਟੀਜ਼ ਜਾਂ ਫਿਰ ਐਕਸਟਰਾ ਆਰਡੀਨਰੀ ਤਰੀਕੇ ਦੇ ਨਾਲ ਅਗਰ ਫਸਲਾਂ ਦੀ ਕੀਮਤ ਵੱਧਦੀ ਹੈ ਜੀ ਤਾਂ ਸਿਰਫ ਉਸ ਮੌਕੇ ਦੇ ਉੱਤੇ ਸਰਕਾਰ ਇੰਟਰਵੀਨ ਕਰੇਗੀ। ਸੋ ਇਹ ਜਿਹੜਾ ਲੌਜਿਕ ਥਰਡ ਹੈਗਾ ਕਿ ਮੰਨ ਲਓ ਐਕਸਟਰਾ ਆਰਡੀਨਰੀ ਤਰੀਕੇ ਨਾਲ ਮੰਨ ਲਓ ਸਰਕਾਰ ਨੇ ਇੱਕ ਪੈਮਾਨਾ ਰੱਖ ਲਿਆ ਕਿ ਕਿਸੇ ਆਈਟਮ ਦੀ ਕਾਸਟ 10 ਰੁਪਏ ਹੈ ਤਾਂ ਜੇ ਉਹਦੀ ਕੀਮਤ 100 ਰੁਪਇਆ ਹੋ ਜਾਂਦੀ ਤਾਂ ਸਰਕਾਰ ਇੰਟਰਵੀਨ ਕਰੇਗੀ। ਸੋ ਇਹਦਾ ਮਤਲਬ 99 ਰੁਪਏ ਤੱਕ ਅਗਰ ਉਹ ਫਸਲ ਵੇਚ ਦਿੰਦਾ ਤਾਂ ਸਰਕਾਰ ਕੁਝ ਨਹੀਂ ਕਰੇਗੀ। ਮਤਲਬ ਸਰਕਾਰ ਕਿਤੇ ਨਾ ਕੁਛ ਨਹੀਂ ਕਿਤੇ ਕਰੇਗੀ। ਇਹ ਬਹੁਤ ਵੱਡਾ ਔਰ ਆਮ ਐਕਸਟਰਾ ਕੰਜ਼ਿਊਮਰ ਆਰਡੀਨਰੀ ਸਿਚੁਏਸ਼ਨਸ ਹਮੇਸ਼ਾ ਤਾਂ ਰਹਿੰਦੀਆਂ ਨਹੀਂ ਜੀ। ਹੈ। ਸੋ ਆਮ ਕੰਜ਼ਿਊਮਰ ਨੂੰ ਉਹਦੀ ਮੋਨੋਪੋਲੀ ਦਾ ਫਾਇਦਾ ਜਿਹੜਾ ਹੈ ਉਹ ਨੁਕਸਾਨ ਜਿਹੜਾ ਦੇਖਣ ਨੂੰ ਮਿਲੇਗਾ। ਤੇ ਸਰ ਇਹ ਵੀ ਹੋ ਸਕਦਾ ਹੈ ਜਿਵੇਂ ਸਰਕਾਰ ਨੇ ਕਾਨੂੰਨ ਬਣਾਤਾ, ਇਹਦਾ ਮਤਲਬ ਫਾਇਦਾ ਜਿਹੜਾ ਸਿੱਧਾ ਕਿਸਾਨਾਂ ਨੂੰ ਤਾਂ ਆਉਣਾ ਨਹੀਂ, ਇਹ ਤਾਂ ਜੀ। ਵਪਾਰੀ ਵਰਗ ਨੂੰ ਹੀ ਆਉਣਾ ਆ। ਤੇ ਉੱਥੇ ਇਹ ਨਹੀਂ ਚਾਹੀਦਾ ਸੀ ਕਿ ਸਰਕਾਰ ਕੁਝ ਐਦਾਂ ਦਾ ਕਰੇ ਕਿ ਜਿਹਦੇ ਨਾਲ ਕਿਸਾਨ ਆਪਣੀ ਫਸਲ ਦੇ ਖੁਦ ਪ੍ਰਾਈਸ ਮੇਕਰ ਬਣਨ, ਨਾ ਕਿ ਪ੍ਰਾਈਸ ਟੇਕਰ। ਦੇਖੋ ਸਰਕਾਰ ਨੇ ਇਹਦੇ ਵਿੱਚ ਤੀਸਰੀ ਚੀਜ਼ ਇੱਕ ਹੋਰ ਕੀਤੀ, ਤੀਸਰਾ ਲਾਅ ਜਿਹੜਾ ਹੈਗਾ ਦੈਟ ਇਜ਼ ਕੰਟਰੈਕਟ ਫਾਰਮਿੰਗ। ਜੀ ਹੁਣ ਕੰਟਰੈਕਟ ਫਾਰਮਿੰਗ ਦੇ ਵਿੱਚ ਸਰਕਾਰ ਨੇ ਇਹ ਸੋਚਿਆ ਕਿ ਕਿਸਾਨਾਂ ਨੂੰ ਫਾਇਦਾ ਮਿਲਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਸਾਨ ਜਿਹੜਾ ਹੈ ਉਹ ਇੰਡਸਟਰੀਲਿਸਟ ਦੇ ਨਾਲ ਇੱਕ ਐਗਰੀਮੈਂਟ ਕਰੇਗਾ ਫਸਲ ਦੇ ਉੱਤੇ। ਫਸਲ ਤੇ ਐਗਰੀਮੈਂਟ ਹੋਏਗਾ ਨਾ ਕਿ ਜ਼ਮੀਨ ਦੇ ਉੱਤੇ, ਔਰ ਉਹ ਫਸਲ ਜਿਹੜੀ ਹੈ ਉਹ ਕਿਸਾਨ ਨੇ ਰੇਟ ਤੈਅ ਕਰਨਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਆਪਣੀ ਕਿਸਾਨ ਜਿਹੜੀ ਫਸਲ ਦੀ ਕੀਮਤ ਤੈਅ ਕਰੇ, ਸਰਕਾਰ ਵੀ ਇਹ ਕਹਿੰਦੀ ਕਿਸਾਨ ਫਸਲ ਦੀ ਕੀਮਤ ਤੈਅ ਕਰੇ। ਮੰਨ ਲਓ ਫਸਲ ਦੀ ਕੀਮਤ ਜੇ ਮੰਨ ਲਓ ਅਸੀਂ ਕਿਸੇ ਸਬਜ਼ੀ ਦੀ ਲਗਾਉਂਦੇ ਹਾਂ ਤਾਂ 50 ਰੁਪਏ ਹੈ ਸਪੋਜ਼, ਤੇ ਐਗਰੀਮੈਂਟ ਉਹਦੇ ਨਾਲ 50 ਰੁਪਏ ਦੇ ਵਿੱਚ ਹੋਏਗਾ। ਉਹਦੀ ਅਗਰ ਮਾਰਕੀਟ 'ਚ ਕੀਮਤ ਘਟ ਜਾਂਦੀ ਹੈ ਤਾਂ ਵੀ ਇੰਡਸਟਰੀਲਿਸਟ ਜਿਹੜਾ ਜਿਹਨੇ ਪ੍ਰੋਕਿਓਰ ਕਰਨੀ ਆ ਉਹਨੂੰ ਉਹ ਪੇ ਕਰਨਾ ਪਏਗਾ ਕਿਉਂਕਿ ਐਗਰੀਮੈਂਟ 'ਚ ਲਿਖਿਆ ਹੈ। ਅਗਰ ਉਹਦੀ ਵੱਧ ਜਾਂਦੀ ਹੈ ਤਾਂ ਵੀ ਉਹ 50 ਰੁਪਏ ਦੇ ਵਿੱਚ ਹੀ ਸੇਲ ਕਰੇਗਾ। ਲੇਕਿਨ ਹੁੰਦਾ ਆਮ ਤੌਰ 'ਤੇ ਪ੍ਰੈਕਟੀਕਲੀ ਕੀ ਹੁੰਦਾ ਹੈ ਕਿ ਜੇ ਤਾਂ ਕੀਮਤ ਵੱਧ ਜਾਂਦੀ ਹੈ ਤਾਂ ਉਹ ਜਿਹੜਾ ਜਿਹਨੇ ਪਰਚੇਜ਼ ਕਰਨੀ ਹੈ ਉਹ ਕਹਿੰਦਾ ਮੇਰਾ ਐਗਰੀਮੈਂਟ ਹੈਗਾ ਤੇਰੇ ਨਾਲ 50 ਰੁਪਏ, ਮੈਂ ਤਾਂ ਖਰੀਦਣੀ 50 ਰੁਪਏ। ਹਾਂਜੀ। ਔਰ ਕਈ ਵਾਰੀ ਕੀ ਹੁੰਦਾ ਉਹਦੀ ਕੀਮਤ ਘਟ ਜਾਂਦੀ ਜੀ ਤਾਂ ਉਹਦੇ ਵਿੱਚ ਕੁਝ ਇਹੋ ਜਿਹੀਆਂ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਜਿਹਦੇ ਵਿੱਚੋਂ ਲਿਖਿਆ ਜਾਂਦਾ ਹੈ ਕਿ ਇਹ ਫਸਲ ਉਸ ਕੁਆਲਿਟੀ ਦੀ ਨਹੀਂ ਹੈਗੀ ਜਿਸ ਜੀ। ਕੁਆਲਿਟੀ ਦਾ ਮੇਰਾ ਐਗਰੀਮੈਂਟ ਹੋਇਆ ਸੀ, ਜੀ। ਮੈਂ ਫਸਲ ਨਹੀਂ ਖਰੀਦਾਂਗਾ। ਜੀ। ਸੋ ਇਹੋ ਜਿਹੇ ਡਿਸਪਿਊਟ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਔਰ ਇਸੇ ਵਿੱਚ ਸਰਕਾਰ ਨੇ ਇਹ ਜੋ ਸਰਕਾਰ ਤੱਥ ਦੇ ਰਹੀ ਹੈ ਕਿ ਅਸੀਂ ਐਸਡੀਐਮ ਜਾਂ ਡੀਸੀ ਨੂੰ ਇਸ ਕਰਕੇ ਪਾਵਰਾਂ ਦਿੱਤੀਆਂ ਕਿ ਇਮੀਡੀਏਟਲੀ ਕਿਸਾਨ ਜਿਹੜਾ ਨੇੜੇ ਦੇ ਐਸਡੀਐਮ ਦੇ ਕੋਲ ਜਾ ਸਕਦਾ ਤੇ ਆਪਣਾ ਫੈਸਲਾ ਕਰਾ ਸਕਦਾ। ਹੁਣ ਇਸ ਦੇ ਵਿਪਕਸ਼ 'ਚ ਇਹ ਤਰਕ ਦਿੱਤਾ ਜਾਂਦਾ ਕਿ ਐਸਡੀਐਮ ਕੋ ਬਹੁਤ ਵੱਡੀ ਅਥਾਰਟੀ ਨਹੀਂ ਹੈ ਜਾਂ ਜੀ। ਡਿਪਟੀ ਕਮਿਸ਼ਨਰ ਕੋ ਬਹੁਤ ਵੱਡੀ, ਕਿਉਂਕਿ ਇਹ ਘਰਾਣੇ ਬਹੁਤ ਵੱਡੇ ਆ ਜਿਨ੍ਹਾਂ ਨੇ ਹਾਂਜੀ। ਮਾਰਕੀਟ ਨੂੰ ਕੰਟਰੋਲ ਕਰਨਾ। ਸੋ ਐਸਡੀਐਮ ਜਾਂ ਡਿਪਟੀ ਕਮਿਸ਼ਨਰ ਸ਼ਾਇਦ ਉਸ ਲੈਵਲ ਤੇ ਕਿਸਾਨ ਦੇ ਹੱਕ 'ਚ ਡਿਸੀਜਨ ਨਹੀਂ ਦੇ ਸਕਦੇ ਕਿਉਂਕਿ ਸਰਕਾਰ ਨੇ ਜੁਡੀਸ਼ੀਅਲ ਰਾਈਟ ਵੀ ਇਸ ਵਿੱਚ ਖਤਮ ਕਰ ਦਿੱਤਾ ਕਿ ਅਗਰ ਇੱਥੇ ਫੈਸਲਾ ਨਹੀਂ ਹੁੰਦਾ ਤਾਂ ਤੁਸੀਂ ਕਿਸੇ ਐਪਰੇਟ ਅਦਾਲਤ ਦੇ ਵਿੱਚ ਨਹੀਂ ਜਾ ਸਕਦੇ। ਸੋ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਹੁਣ ਇਸ ਉੱਤੇ ਸ਼ਾਇਦ ਉਹਦੇ ਵਿੱਚ ਸੁਧਾਰਨ ਨੂੰ ਤਿਆਰ। ਸਰ ਇਹਦੇ ਵਿੱਚ ਮੈਂ ਕੁਝ ਇੱਦਾਂ ਐਡ ਕਰਨਾ ਚਾਹੂੰਗੀ ਕਿ ਆਪਾਂ ਗੰਨੇ ਲਈ ਦੇਖ ਲਈਏ ਜੀ। ਕਿ ਗੰਨੇ ਲਈ ਕਿੱਥੇ ਜਾ ਰਹੇ ਕਿਸਾਨ, ਐਟਲੀਸਟ ਐਸਡੀਐਮ ਕੋਲ ਹੀ ਜਾਂਦੇ ਆ ਜੀ। ਔਰ ਉਹ ਜ਼ਿਆਦਾ ਦੂਰ ਦੇ ਵੀ ਨਹੀਂ ਮਾਲਕ ਗੰਨਾ ਮਿੱਲਾਂ ਦੇ, ਪੰਜਾਬ ਦੇ ਨੇ ਜਾਂ ਕੋਈ ਦਿੱਲੀ ਬੈਠੇ ਨੇ, ਤੇ ਜਿਹੜੇ ਇੰਨੀ ਦੂਰ ਬੈਠੇ ਆ ਉਹਨਾਂ ਤੱਕ ਤਾਂ ਕਿਸਾਨਾਂ ਦਾ ਪਹੁੰਚਣਾ ਬਹੁਤ ਔਖਾ ਆ। ਜੀ। ਤੇ ਪ੍ਰੈਕਟੀਕਲ ਧਰਾਤਲ ਤੇ ਆਈ ਥਿੰਕ ਕਿ ਇਹ ਕਾਨੂੰਨ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਹੈ ਕਿ ਆਮ ਤੌਰ ਤੇ ਜਦੋਂ ਵੀ ਹੁਣ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਠਾ ਰਹੀਆਂ ਕਿ ਇਹ ਜਿਹੜੇ ਕਾਨੂੰਨ ਬਣਾਏ ਆ ਸਰਕਾਰ ਨੇ ਇਹ ਉਹਨਾਂ ਦੀ ਜੁਰਿਸਡਿਕਸ਼ਨ 'ਚ ਵੀ ਨਹੀਂ ਹੈ।
ਕਿ ਸਰਕਾਰ ਜਿਹੜੀ ਹੈ ਐਗਰੀਕਲਚਰ ਦੇ ਉੱਤੇ ਕਾਨੂੰਨ ਨਹੀਂ ਬਣਾ ਸਕਦੀ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ 3 ਲਿਸਟਾਂ ਹੈਗੀਆਂ ਜਿਹਦੇ ਉੱਤੇ ਕਾਨੂੰਨ ਬਣਾਉਣ ਦੀ ਸ਼ਕਤੀ ਵੰਡੀ ਹੋਈ ਹੈ। ਪਹਿਲੀ ਤਾਂ ਹੈ ਕਿ ਸੈਂਟਰ ਗਵਰਨਮੈਂਟ ਦੀ, ਹਾਂਜੀ, ਦੂਸਰਾ ਹੈ ਸਟੇਟ ਗਵਰਨਮੈਂਟ ਦੀ, ਔਰ ਤੀਸਰਾ ਹੈ ਕੰਕਰੈਂਟ ਲਿਸਟ। ਜੀ, ਕਿ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਦੇ ਕਾਨੂੰਨ ਉਹ ਜਿਹਦੇ ਉੱਤੇ ਬਣਾ ਸਕਦੇ, ਦੂਸਰਾ ਸਟੇਟ ਗਵਰਨਮੈਂਟ ਦੇ ਕੋਲ ਕਹਿੰਦੇ ਆ ਐਗਰੀਕਲਚਰ ਜਿਹੜਾ ਉਹ ਸਟੇਟ ਸਬਜੈਕਟ ਹੈ, ਸੋ ਇਹਦੇ ਉੱਤੇ ਡਾਇਰੈਕਟਲੀ ਉਹ ਕਾਨੂੰਨ ਬਣਾਉਣ ਦੀ ਸ਼ਕਤੀ ਕੇਂਦਰ ਸਰਕਾਰ ਦੇ ਕੋਲ ਨਹੀਂ ਹੈ। ਤੀਸਰੀ ਜਿਹੜੀ ਕੰਕਰੈਂਟ ਹੁੰਦੀ ਉਹਦੇ ਵਿੱਚ ਦੋਨੇ ਕਾਨੂੰਨ ਬਣਾ ਸਕਦੇ, ਲੇਕਿਨ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਜੇ ਕਦੀ ਗਤੀਰੋਧ ਹੋ ਜਾਏ। ਹੁਣ ਇੱਥੇ ਸਰਕਾਰ ਦਾ ਤਰਕ ਇਹ ਹੈ ਕਿ ਅਸੀਂ ਐਗਰੀਕਲਚਰ ਦੇ ਉੱਤੇ ਕਾਨੂੰਨ ਨਹੀਂ ਬਣਾਇਆ, ਬਲਕਿ ਅਸੀਂ ਟ੍ਰੇਡ ਦੇ ਵਿੱਚ ਬਣਾਇਆ, ਕਿਉਂਕਿ ਫਸਲ ਉਸਨੇ ਵੇਚਣੀ ਹੈ। ਇੱਥੇ ਇਹ ਵੀ ਆਉਂਦਾ ਕਿ ਫਸਲ ਜਿਹੜੀ ਹੈ ਕਿ ਉਹ ਰॉ ਮਟੀਰੀਅਲ ਹੈ ਜਾਂ ਪ੍ਰੋਸੈਸਡ ਫਸਲ, ਕਿਉਂਕਿ ਅਗਰ ਵੀਟ ਦੀ ਗੱਲ ਕਰੀਏ ਤਾਂ ਉਹ ਰॉ ਫਸਲ ਹੈ, ਅਗਰ ਉਸ ਤੋਂ ਆਟਾ ਤਿਆਰ ਕਰਦੇ ਆ ਤਾਂ ਪ੍ਰੋਸੈਸਡ ਜੀ। ਸੋ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਇਸ ਦੀ ਪਰਿਭਾਸ਼ਾ ਵੀ ਹਜੇ ਤੱਕ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਹੋਏਗੀ ਕਿ ਐਗਰੀਕਲਚਰ ਦੇ ਵਿੱਚ ਸਰਕਾਰ ਕਿਹੜੀਆਂ ਫਸਲਾਂ ਦੀ ਗੱਲ ਕਰਦੀ ਪਈ ਹੈ। ਸ਼ਾਇਦ ਇਸ ਦੇ ਵਿੱਚ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਇੰਟਰਵੀਨ ਕਰਦਾ ਪਿਆ, ਔਰ ਆਉਣ ਵਾਲੇ ਸਮੇਂ 'ਚ ਕਲੀਅਰ ਹੋਏਗਾ ਕਿ ਕੀ ਇਹ ਕਾਨੂੰਨ ਵੈਲਿਡ ਵੀ ਨੇ ਸੰਵਿਧਾਨਿਕ ਸਥਿਤੀ ਦੇ ਵਿੱਚ ਜਾਂ ਨਹੀਂ। ਮਤਲਬ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਹਨਾਂ ਕਾਨੂੰਨਾਂ ਦੇ ਤਹਿਤ ਕੋਈ ਵੀ ਕਲੈਰੀਫਿਕੇਸ਼ਨ ਹੀ ਨਹੀਂ ਹੈ, ਮਤਲਬ ਕਲੀਅਰ ਹੀ ਨਹੀਂ ਹੈਗੇ। ਜੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਨਹੀਂ ਆ ਰਹੇ, ਤੇ ਕਿਤੇ ਨਾ ਕਿਤੇ ਕਾਨੂੰਨ ਖੁਦ ਕਲੀਅਰ, ਜਿਹੜੀ ਸਰਕਾਰ ਆ ਖੁਦ ਕਲੀਅਰ ਨਹੀਂ ਆ ਕਿ ਅਸੀਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਤੇ ਕਿਹੜੀਆਂ ਅਸੀਂ ਨਹੀਂ। ਸਰਕਾਰ ਦੀ ਦੇਖੋ ਮਨਸ਼ਾ ਸ਼ਾਇਦ ਕਿਸੇ ਵੀ ਸਰਕਾਰ ਦੀ ਇਹ ਕਦੀ ਨਹੀਂ ਹੁੰਦੀ ਕਿ ਉਹ ਕਿਸੇ ਵੀ ਗਰੁੱਪ ਨੂੰ ਨਾਰਾਜ਼ ਕਰੇ ਜਾਂ ਉਹਦੇ ਇੰਟਰਸਟ ਜਿਹੜੇ ਉਸ ਨੂੰ ਖੋਵੇ, ਲੇਕਿਨ ਚੂੰਕਿ ਇਸ ਦੇ ਵਿੱਚ ਬਹੁਤ ਸਾਰੇ ਫਲਾਜ਼ ਆ, ਬਹੁਤ ਸਾਰੀਆਂ ਕਮੀਆਂ, ਸਰਕਾਰ ਨੇ ਖੁਦ ਮਹਿਸੂਸ ਕੀਤਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕੁਝ ਕਮੀਆਂ ਹੈ ਜਿਹਨੂੰ ਸੁਧਾਰਿਆ ਜਾ ਸਕਦਾ, ਔਰ ਇਹਦੇ ਵਿੱਚ ਅਮੈਂਡਮੈਂਟ ਹੀ ਸ਼ਾਇਦ ਇੱਕ ਵੇ ਆਊਟ ਹੈ ਆਉਣ ਵਾਲੇ ਸਮੇਂ ਵਿੱਚ ਲੱਗਦਾ ਪਿਆ, ਕਿਉਂਕਿ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਇਹਨੂੰ ਰਿਪੀਲ ਕਰਨ ਵਾਸਤੇ ਕਹਿ ਰਹੀਆਂ, ਔਰ ਕੇਂਦਰ ਸਰਕਾਰ ਜਿਹੜੀ ਉਸ ਨੂੰ ਸੁਧਾਰ ਕਰਨ ਦੀ ਜਿਹੜੀ ਗੱਲ ਕਹਿ ਰਹੇ ਕਿ ਅਸੀਂ ਵਿਡਰੋ ਨਹੀਂ ਕਰਨੇ, ਲੇਕਿਨ ਕਿਤੇ ਨਾ ਕਿਤੇ ਡੈਡਲੌਕ ਬਣਿਆ ਹੋਇਆ। ਸੋ ਆਉਣ ਵਾਲੇ ਸਮੇਂ ਸ਼ਾਇਦ ਦੋਨਾਂ ਧਿਰਾਂ ਨੂੰ ਕਿਤੇ ਨਾ ਕਿਤੇ ਇੱਕ ਪਲੇਟਫਾਰਮ ਤੇ ਪਹੁੰਚਣਾ ਪਏਗਾ, ਤਾਂ ਹੀ ਅੱਗੇ ਜਿਹੜੀ ਹੈ ਪ੍ਰੋਸੈਸ ਤੁਰੇ। ਤੁਸੀਂ ਐਜੂਕੇਸ਼ਨ ਦੇ ਏਰੀਆ 'ਚ ਵੀ ਹੋ ਤੇ ਇੱਕ ਸੋਸ਼ਲ ਵਰਕਰ ਵੀ ਹੋ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਹ ਸਾਰਾ ਜੋ ਕੁਝ ਵੀ ਚੱਲ ਰਿਹਾ, ਜੋ ਵੀ ਸੰਘਰਸ਼ ਚੱਲ ਰਿਹਾ, ਜੋ ਜਿੰਨੇ ਵੀ ਡਿਸਪਿਊਟ ਹੋਏ ਪਏ ਆ ਕਿਸਾਨਾਂ ਦੇ ਵਿੱਚ ਜਾਂ ਫਿਰ ਸਰਕਾਰ 'ਚ, ਤੇ ਇਹਦਾ ਹੱਲ ਕੀ ਹੋ ਸਕਦਾ? ਦੇਖੋ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਕਿਸੇ ਵੀ ਸਮੱਸਿਆ ਦਾ ਹੱਲ ਸਿਰਫ ਔਰ ਸਿਰਫ ਗੱਲਬਾਤ ਹੁੰਦਾ। ਜਿੰਨੀ ਦੇਰ ਤੱਕ ਕਿਸੇ ਪਲੇਟਫਾਰਮ ਤੇ ਬੈਠ ਕੇ ਗੱਲਬਾਤ ਨਹੀਂ ਹੋਏਗੀ ਉਨੀ ਦੇਰ ਤੇ ਸਮੱਸਿਆ ਦਾ ਹੱਲ ਨਹੀਂ ਹੋਣਾ। ਹਾਲਾਂਕਿ ਇਹ ਐਜੀਟੇਸ਼ਨ ਸ਼ਾਇਦ ਨਾਰਥਰਨ ਇੰਡੀਆ ਹੀ ਨਹੀਂ ਬਲਕਿ ਵਰਲਡ ਦੇ ਇਤਿਹਾਸ ਦੇ ਵਿੱਚ ਵੀ ਇੱਕ ਐਗਜ਼ਾਮਪਲਰੀ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਦੱਸਿਆ ਕਿ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਕਿਸ ਤਰੀਕੇ ਨਾਨ ਪੋਲੀਟੀਕਲ ਰਹਿ ਕੇ ਵੀ ਕੋਈ ਪ੍ਰੋਟੈਸਟ ਕੀਤਾ ਜਾ ਸਕਦਾ, ਕਿਉਂਕਿ ਸਰਕਾਰ ਦੇ ਕੋਲ ਸਾਰੇ ਤੰਤਰ ਹੈ, ਸਾਰੀਆਂ ਸ਼ਕਤੀਆਂ ਉਹਨਾਂ ਦੇ ਕੋਲ ਹੈ, ਉਹ ਅੰਦੋਲਨ ਨੂੰ ਕ੍ਰਸ਼ ਕਰਨ ਵਾਸਤੇ ਕੁਝ ਵੀ ਜ਼ੋਰ ਲਾ ਸਕਦੇ ਨੇ। ਲੇਕਿਨ ਕਿਸਾਨ ਜਥੇਬੰਦੀਆਂ ਸ਼ਾਇਦ ਜਿਹੜੀਆਂ ਸਾਡੀਆਂ ਹੈਗੀਆਂ ਉਹ ਬਹੁਤ ਮਹੱਤਵਪੂਰਨ ਤਰੀਕੇ ਦੇ ਨਾਲ ਇਹ ਚੀਜ਼ਾਂ ਸਮਝਦੀਆਂ ਪਈਆਂ ਕਿ ਆਪਾਂ ਇਸ ਅੰਦੋਲਨ ਨੂੰ ਕਿੱਦਾਂ ਬਚਾਉਣਾ। ਸੋ ਇਸ ਵਾਸਤੇ ਇਸ ਵੇਲੇ ਸਰਕਾਰ ਔਰ ਕੇਂਦਰ ਦੇ ਵਿੱਚ ਇਸ ਵੇਲੇ ਇੱਕ ਕਿਸਮ ਨਾਲ ਨੂਰਾ ਕਿਸ਼ਤੀ ਇੱਕ ਦੂਸਰੇ ਨੂੰ ਅਜਮਾਇਣ ਦੀ ਜਿਹੜੀ ਗੱਲ ਚੱਲਦੀ ਪਈ ਹੈ, ਔਰ ਉਸ ਤੋਂ ਬਾਅਦ ਫਿਰ ਕਿਸੇ ਨਾ ਕਿਸੇ ਪਲੇਟਫਾਰਮ ਤੇ ਪਹੁੰਚਣਗੇ ਔਰ ਗੱਲਬਾਤ ਦੇ ਨਾਲ ਹੀ ਇਸ ਮਸਲੇ ਦਾ ਹੱਲ ਨਹੀਂ। ਹਾਂਜੀ ਸੰਜੀਵ ਜੀ, ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜਾ ਹੈਗਾ ਕਾਨੂੰਨ ਬਣਾਉਣ ਦਾ ਅਧਿਕਾਰ ਸਟੇਟ ਗਵਰਨਮੈਂਟਸ ਦਾ ਆ, ਤੇ ਜਦ ਕਿ ਇਹਨੂੰ ਬਣਾਇਆ ਹੈਗਾ ਸੈਂਟਰ ਗਵਰਨਮੈਂਟ ਨੇ। ਹੁਣ ਜੇ ਦੋਨੋਂ ਮਿਲ ਕੇ ਇਸ ਡਿਸਪਿਊਟ ਨੂੰ ਹੱਲ ਕਰਨਾ ਚਾਹਣ, ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ, ਤੇ ਉਹ ਮਤਲਬ ਇਹਦਾ ਕੀ ਵੇ ਆਊਟ ਹੋ ਸਕਦਾ? ਕਿਉਂਕਿ ਹਰ ਇੱਕ ਸੂਬੇ ਦੀ ਜਿਹੜੀ ਖੇਤੀ ਆ ਉਹ ਅਲੱਗ-ਅਲੱਗ ਤਰ੍ਹਾਂ ਦੀ ਆ। ਬੜਾ ਅਹਿਮ ਜਿਹੜੀ ਚੀਜ਼ ਤੁਸੀਂ ਗੱਲ ਕੀਤੀ, ਕੇਂਦਰ ਸਰਕਾਰ ਨੇ ਇਹ ਕਾਨੂੰਨ ਟ੍ਰੇਡ ਦੇ ਵਿੱਚ, ਟ੍ਰੇਡ ਐਂਡ ਕਾਮਰਸ ਦੇ ਵਿੱਚ ਇਸ ਨੂੰ ਬਣਾਇਆ। ਇਸ ਦਾ ਹੱਲ ਜਿਹੜਾ ਇੱਕ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ 2-3 ਤਰੀਕੇ ਨਾਲ ਵੇ ਆਊਟ ਹੋ ਸਕਦਾ। ਇੱਕ ਤਾਂ ਇੰਡੀਆ ਫੈਡਰਲ ਕੰਟਰੀ ਹੈ, ਇੰਡੀਆ 'ਚ ਬਹੁਤ ਸਾਰੇ ਸੂਬੇ, ਅਲੱਗ-ਅਲੱਗ ਸੂਬੇ ਦੇ ਫਾਰਮਰਸ ਦੀਆਂ ਅਲੱਗ-ਅਲੱਗ ਸਮੱਸਿਆਵਾਂ। ਅਗਰ ਅਸੀਂ ਗੱਲ ਕਰੀਏ ਸ਼੍ਰੀਨਗਰ ਦੇ ਫਾਰਮਰ ਦੀ ਤਾਂ ਸ਼ਾਇਦ ਪੰਜਾਬ ਨਾਲੋਂ ਡਿਫਰੈਂਟ ਹੈ, ਹਿਮਾਚਲ ਦਾ ਫਾਰਮਰ ਜਿਹੜਾ ਉਹ ਪੰਜਾਬ ਨਾਲੋਂ ਡਿਫਰੈਂਟ ਹੈ, ਤਮਿਲਨਾਡੂ ਦਾ ਫਾਰਮਰ ਜਿਹੜਾ ਉਹ ਮਹਾਰਾਸ਼ਟਰ ਤੋਂ ਡਿਫਰੈਂਟ ਹੈ। ਸੋ ਅਲੱਗ-ਅਲੱਗ ਫਾਰਮਰ ਹੋ ਸਕਦਾ ਕਿਸੇ ਸਟੇਟ ਦੇ ਫਾਰਮਰਸ ਨੂੰ ਇਹ ਲਾਅ ਬਹੁਤ ਸੂਟ ਕਰਦੇ ਹੋਣ, ਬਟ ਕਿਸੇ ਸੂਬੇ ਦੇ ਫਾਰਮਰਸ ਨੂੰ ਇਹ ਲਾਅ ਬਿਲਕੁਲ ਸੂਟ ਨਹੀਂ ਕਰਦੇ। ਸੋ ਇਹਦੇ ਵਾਸਤੇ ਇੱਕ ਤਾਂ ਤਰੀਕਾ ਇਹ ਹੈ ਕਿ ਕੇਂਦਰ ਸਰਕਾਰ ਨੇ ਕਾਨੂੰਨ ਬਣਾ ਦਿੱਤਾ
ਉਸ ਤੋਂ ਬਾਅਦ ਇਹ ਸੂਬਾ ਸਰਕਾਰਾਂ ਦੇ ਉੱਤੇ ਛੱਡ ਦੇਣ ਕਿ ਉਹ ਅਗਰ ਚਾਹਣ ਤੇ ਆਪਣੇ ਸਟੇਟ ਦੇ ਵਿੱਚ ਵਿਧਾਨ ਸਭਾ 'ਚ ਪਾਸ ਕਰਕੇ ਕੇਂਦਰ ਸਰਕਾਰ ਦਾ ਕਾਨੂੰਨ ਲਾਗੂ ਕਰ ਸਕਦੇ ਆ। ਸੋ ਇਸ ਦੇ ਨਾਲ ਪੂਰੇ ਭਾਰਤ ਦੀ ਇੱਕ ਫੈਡਰਲ ਸਟਰਕਚਰ ਵੀ ਮਜ਼ਬੂਤ ਹੁੰਦੀ ਹੈ ਔਰ ਕਿਤੇ ਨਾ ਕਿਤੇ ਅਲੱਗ-ਅਲੱਗ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਉਸ ਨੂੰ ਵੀ ਪੈਸੀਫਾਈ ਕੀਤਾ ਜਾ ਸਕਦਾ। ਦੂਸਰਾ ਤਰੀਕਾ ਜਿਹੜਾ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਇਸ ਵੇਲੇ ਇੰਟਰਵੀਨ ਕਰਕੇ ਸੁਝਾਇਆ ਔਰ ਬਹੁਤ ਵੈਲਿਡ ਔਰ ਬਹੁਤ ਅੱਛਾ ਜਿਹੜਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਤਰੀਕੇ ਨਾਲ ਹੱਲ ਹੋ ਸਕਦਾ ਹੈ ਕਿ ਇਹ ਕਾਨੂੰਨ, ਕਿਉਂਕਿ ਇਸ ਉੱਤੇ ਬਹੁਤ ਜ਼ਿਆਦਾ ਇੰਟਰਨੈਸ਼ਨਲੀ ਇੱਕ ਨਿਗਾਹ ਦੁਨੀਆ ਦੀ ਲੱਗੀ ਹੋਈ ਹੈ ਔਰ ਬਹੁਤ ਵੱਡਾ ਐਜੀਟੇਸ਼ਨ ਚੱਲਦਾ ਪਿਆ ਜੀ। ਸੋ ਇਸ ਦੇ ਵਾਸਤੇ ਇਸ ਨੂੰ 2-3 ਸਾਲ ਵਾਸਤੇ ਇਸ ਕਾਨੂੰਨ ਨੂੰ ਹੋਲਡ ਕੀਤਾ ਜਾ ਸਕਦਾ ਕਿ ਅਸੀਂ ਇਮੀਡੀਏਟਲੀ ਲਾਗੂ ਨਹੀਂ ਕਰਦੇ। ਇਹਦੇ ਉੱਤੇ ਮਾਹਰਾਂ ਦੀ ਇੱਕ ਟੀਮ ਬਣਾਈ ਜਾਏ ਜਿਹਦੇ ਵਿੱਚ ਐਗਰੀਕਲਚਰ ਐਨਾਲਿਸਟ ਜਿਹੜੇ ਹੈਗੇ ਔਰ ਕੇਂਦਰ ਸਰਕਾਰ ਦੇ ਨੁਮਾਇੰਦੇ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਉਹ ਮਿਲ ਬੈਠ ਕੇ ਜੋ ਉਹਨਾਂ ਨੂੰ ਲੱਗਦਾ ਕਿ ਬੈਸਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਉਹਦੇ ਉੱਤੇ ਵਿਚਾਰ ਵਟਾਂਦਰਾ ਕਰਕੇ ਵੀ ਇਸ ਨੂੰ ਕਾਨੂੰਨ ਨੂੰ ਜਿਹੜਾ ਬਣਾਇਆ ਜਾ ਸਕਦਾ ਤਾਂ ਕਿ ਫੈਡਰਲ ਸਟਰਕਚਰ ਵੀ ਸਾਡੀ ਬਚੀ ਰਹੇ ਔਰ ਕਿਸਾਨ ਜਥੇਬੰਦੀਆਂ ਦੇ ਇੰਟਰਸਟ ਵੀ ਪੂਰੇ ਹੋਣ। ਹਾਂਜੀ, ਤੇ ਸਰ ਜਿਵੇਂ ਤੁਹਾਨੂੰ ਲੱਗਦਾ ਹੈ ਕਿ MSP ਮਤਲਬ ਸਾਰਿਆਂ ਨੂੰ ਪਤਾ ਮਿਨੀਮਮ ਸਪੋਰਟ ਪ੍ਰਾਈਸ ਹੈ ਨਾ ਕਿ ਮਿਲਦੀ ਆ 2 ਫਸਲਾਂ ਤੇ ਮਿਲਦੀ ਆ, ਕਿ ਇਹਦੇ ਵਿੱਚ ਕੋਈ ਵੇ ਆਊਟ ਹੋ ਸਕਦਾ ਹੈ ਕਿ ਇਹ ਮਤਲਬ ਹੋ ਬਾਕੀ ਫਸਲਾਂ ਦੀ ਵੀ ਲਿਸਟ ਬਣੇ ਸੂਬੇ ਵਾਈਜ਼ ਕਿ ਕਿਹੜੇ ਸੂਬੇ ਦੇ ਵਿੱਚ ਕਿਹੜੀ ਫਸਲ ਹੁੰਦੀ ਆ ਤੇ ਉਹ ਹਰ ਫਸਲ ਦੇ ਉੱਤੇ ਅਗਰ ਸਰਕਾਰ ਵੱਲੋਂ MSP ਜਿਹੜੀ ਆ ਉਹ ਪੱਕੀ ਕਰ ਦਿੱਤੀ ਜਾਏ ਤੇ ਕੋਈ ਹੱਲ ਹੋ ਸਕਦਾ? ਦੇਖੋ MSP ਆਲਰੇਡੀ ਸਰਕਾਰਾਂ ਘੋਸ਼ਿਤ ਕਰਦੀਆਂ ਲਗਭਗ 23 ਫਸਲਾਂ ਦੇ ਉੱਤੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਰਕਾਰ MSP ਡਿਕਲੇਅਰ ਕਰਦੀ। MSP ਡਿਕਲੇਅਰ ਕਰਨਾ ਔਰ ਉਹਦੀ ਪ੍ਰੋਕਿਊਰਮੈਂਟ ਦੀ ਗਰੰਟੀ ਕਰਨਾ ਇਹ ਵਿੱਚ ਬਹੁਤ ਜ਼ਮੀਨ ਅਸਮਾਨ ਦੋਨੋਂ 'ਚ ਬਹੁਤ ਜ਼ਿਆਦਾ ਫਰਕ ਹੈ, ਕਿਉਂਕਿ ਪੰਜਾਬ ਹਰਿਆਣਾ ਤੋਂ ਇਲਾਵਾ ਬਹੁਤ ਸਾਡੇ ਸੂਬੇ ਆ ਜਿੱਥੇ ਪੈਡੀ ਦੀ ਫਸਲ ਜਿਹੜੀ ਹੈ, ਜਿਸ ਤਰ੍ਹਾਂ ਹੁਣੇ ਐਗਜ਼ਾਮਪਲ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ 1800-1900 ਰੁਪਏ ਦੇ ਵਿੱਚ ਜਿਹੜੀ ਝੋਨਾ ਖਰੀਦਿਆ ਗਿਆ, ਲੇਕਿਨ ਸਾਡੇ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਬਿਹਾਰ 'ਚੋਂ 800-900 ਰੁਪਈਆ ਵੀ ਉਹ ਝੋਨਾ ਜਿਹੜਾ ਵਿਕਿਆ ਔਰ ਪੰਜਾਬ ਆ ਕੇ ਜਿਹੜਾ ਸੀਗਾ ਉਹ ਝੋਨਾ ਵੇਚ ਰਿਹਾ। ਸੋ ਇਹਦਾ ਮਤਲਬ ਕਿ ਉੱਥੇ ਉਹਨਾਂ ਨੂੰ MSP ਨਹੀਂ ਮਿਲ ਰਹੀ। ਸੋ MSP ਡਿਕਲੇਅਰ ਕਰਨਾ ਇੱਕ ਡਿਫਰੈਂਟ ਇਸ਼ੂ ਹੈ, ਲੇਕਿਨ ਉਸ ਦੇ ਉੱਤੇ ਗਰੰਟੀ ਹੋਣਾ ਡਿਫਰੈਂਟ ਹੈ। ਸਰਕਾਰ ਦੇ ਲਈ ਸ਼ਾਇਦ ਗਰੰਟੀ ਕਰਨਾ ਬਹੁਤ ਮੁਸ਼ਕਿਲ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹੋ ਜਿਹੀਆਂ ਫੈਸਿਲਿਟੀਜ਼, ਇਹੋ ਜਿਹਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਪਏਗਾ, ਇਹੋ ਜਿਹੇ ਸੁਧਾਰ ਹੀ ਕਰਨੇ ਪੈਣਗੇ ਕ੍ਰਿਸ਼ੀ ਵਿੱਚ ਤਾਂ ਕਿ ਕਿਸਾਨ ਜਿਹੜਾ ਹੈ ਉਸ ਨੂੰ ਆਪਣੀ ਫਸਲ ਦਾ ਉਚਿਤ ਮੁਆਵਜ਼ਾ ਮਿਲ ਸਕੇ। ਸਰਕਾਰ ਦੀ ਕੋਸ਼ਿਸ਼ ਹੈ ਕਿ ਸਵਾਮੀਨਾਥਨ ਆਯੋਗ ਦੇ ਅਕੋਰਡਿੰਗਲੀ ਜੋ ਤੁਹਾਡੀ ਲਾਗਤ ਹੈ ਉਸ ਤੋਂ 50% ਉਸ ਨੂੰ ਐਡੀਸ਼ਨ ਦੇ ਵਿੱਚ ਮਿਲੇ, ਲੇਕਿਨ ਉਹਦੇ ਵਾਸਤੇ ਕੀ ਤਰੀਕੇ ਹੋ ਸਕਦੇ ਇਹ ਤਾਂ ਸਮਾਂ ਹੀ ਦੱਸੇਗਾ। ਹਾਂਜੀ, ਇਹ ਤਾਂ ਸਮਾਂ ਹੀ ਦੱਸੇਗਾ ਔਰ ਸਰਕਾਰਾਂ ਇਸ ਤੇ ਜ਼ਿਆਦਾ ਗਹਿਰਾ ਚਿੰਤਨ ਕਰਨਗੀਆਂ ਤਾਂ ਹੀ। ਸਰ ਤੁਹਾਨੂੰ ਲੱਗਦਾ MSP ਦੀ ਗਰੰਟੀ ਕਿਤੇ ਨਾ ਕਿਤੇ ਵਾਤਾਵਰਣ ਲਈ ਵੀ ਹਾਨੀਕਾਰਕ ਸਾਬਿਤ ਹੋ ਰਹੀ ਹੈ? ਦੇਖੋ ਸਾਡੇ ਪੰਜਾਬ ਦੇ ਵਿੱਚ ਤਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ ਕਿ ਕਿਉਂਕਿ ਸਾਡੀ ਗਰੰਟੀ ਹੈ ਇਸ ਕਰਕੇ ਅਸੀਂ ਝੋਨਾ ਬੀਜੀ ਜਾ ਰਹੇ, ਜਦ ਕਿ ਪੰਜਾਬ ਦੀ ਫਸਲ ਹੀ ਨਹੀਂ ਹੈ ਝੋਨਾ, ਲੇਕਿਨ ਅਸੀਂ ਜ਼ਮੀਨ ਦਾ ਪਾਣੀ, ਆਪਣਾ ਮਿੱਠਾ ਪਾਣੀ ਜਿਹੜਾ ਜ਼ਮੀਨ ਦਾ ਉਹ ਖਤਮ ਕਰ ਲਿਆ। ਟਿਊਬਵੈੱਲ ਲਗਾ ਕੇ ਅਸੀਂ ਜ਼ਮੀਨ ਦਾ ਪਾਣੀ ਨਿਕਾਲ ਕੇ ਅੱਜ ਝੋਨਾ ਲਗਾ ਕੇ ਔਰ ਸਾਡਾ ਬਹੁਤ ਸਾਰਾ ਪੰਜਾਬ ਇਸ ਵੇਲੇ ਡਰਾਈ ਹੋ ਚੁੱਕਾ। ਇਹ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਤਲਬ ਲਗਭਗ 2050 ਮਤਲਬ ਇੰਟਰਨੈਸ਼ਨਲ ਸਟੱਡੀਜ਼ ਹੋ ਚੁੱਕੀਆਂ ਕਿ 2050 ਤੱਕ ਪੰਜਾਬ ਜਿਹੜਾ ਹੈ ਉਹ ਇੱਕ ਖੁਸ਼ਕ ਇਲਾਕੇ ਦੇ ਵਿੱਚ ਤਬਦੀਲ ਹੋ ਜਾਏਗਾ। ਸਾਡੇ ਗਲੇਸ਼ੀਅਰ ਜਿਹੜੇ ਆ ਉਹ ਪਿਘਲ ਰਹੇ ਤੇਜ਼ੀ ਦੇ ਨਾਲ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵਾਰ ਹੈ ਉਹ ਸ਼ਾਇਦ ਪਾਣੀ ਨੂੰ ਲੈ ਕੇ ਹੋਏਗੀ। ਸੋ ਕਿਤੇ ਨਾ ਕਿਤੇ ਸਾਨੂੰ MSP ਦੀ ਗਰੰਟੀ ਦੇ ਚੱਕਰ 'ਚੋਂ ਵੀ ਬਾਹਰ ਨਿਕਲਣਾ ਪਏਗਾ। ਸਮਾਰਟ ਫਾਰਮਿੰਗ ਦੀ ਇਸ ਤਰ੍ਹਾਂ ਮੈਂ ਤੁਹਾਨੂੰ ਗੱਲ ਕਰਦਾ ਕਿ ਇਹੋ ਜਿਹੀਆਂ ਐਗਜ਼ਾਮਪਲਸ ਹੈਗੀਆਂ, ਬਹੁਤ ਸਾਰੇ ਫਾਰਮਰਸ ਹੈ ਜਿਨ੍ਹਾਂ ਨੇ ਸਮਾਰਟ ਫਾਰਮਿੰਗ ਕੀਤੀ ਹੈ, ਆਪਣੀ ਫਸਲ ਦਾ ਉਚਿਤ ਮੁਆਵਜ਼ਾ ਲੈਂਦੇ ਆ ਜੀ। ਇੱਕ ਇਹੋ ਜਿਹੇ ਮੈਂ ਫਾਰਮਰ ਨੂੰ ਦੇਖਿਆ ਪਿੱਛੇ ਦੇ, ਉਹਦੀ ਰਿਪੋਰਟ ਸੀ ਕਿ ਉਹਨੇ 5 ਏਕੜ ਦੇ ਵਿੱਚ ਹਲਦੀ ਦੇ ਆਪਣੀ ਪ੍ਰੋਡਿਊਸ ਕੀਤਾ ਔਰ ਆਪਣੇ ਹੀ ਉਹਨੂੰ ਜਿਹੜਾ ਗ੍ਰਾਈਂਡ ਕਰਨ ਵਾਸਤੇ ਮਸ਼ੀਨ ਲਗਾਈ ਔਰ ਮਾਰਕੀਟ ਸ਼ਾਇਦ 150 ਰੁਪਏ ਕਿਲੋ ਰੇਟ ਹੈ ਔਰ ਉਹਦੇ ਕੋਲ 200 ਰੁਪਏ ਕਿਲੋ ਰੇਟ ਹੈ, ਲੇਕਿਨ ਉਸਦੇ ਕੋਲ ਸਪਲਾਈ ਪੂਰੀ ਨਹੀਂ ਹੋ ਰਹੀ। ਸੋ ਕਿਤੇ ਨਾ ਕਿਤੇ ਸਾਨੂੰ ਆਪਣੀ ਮਾਰਕੀਟਿੰਗ ਵੀ ਤਾਂ ਖੁਦ ਕਰਨੀ ਪਏਗੀ ਕਿ ਅਸੀਂ ਕੀ ਕੁਝ ਬਣਾ ਰਹੇ ਹਾਂ ਔਰ ਕਿੱਦਾਂ ਬਣਾ ਰਹੇ ਹਾਂ। ਔਰ ਜਦੋਂ ਕਸਟਮਰ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਚੀਜ਼ ਕਿਸ ਤਰੀਕੇ ਦੇ ਨਾਲ ਬਣੀ ਹੈ ਔਰ ਕਿੰਨੀ ਸਾਫ਼ ਸੁਥਰੇ ਤਰੀਕੇ ਨਾਲ ਬਣੀ ਹੈ ਤਾਂ ਕਸਟਮਰ ਉਹਦਾ ਉਚਿਤ ਮੁੱਲ ਦੇਣ ਨੂੰ ਵੀ ਤਿਆਰ ਹੁੰਦਾ। ਸੋ ਇਹੋ ਜਿਹੇ ਕਿਸਾਨ ਜਿਹੜੇ ਉਹਨਾਂ ਨੂੰ ਕਿਤੇ ਨਾ ਕਿਤੇ ਰੋਲ ਮਾਡਲ ਬਣਨਾ ਪਏ। ਜਿਵੇਂ ਹਿੰਦੁਸਤਾਨ ਦੇ ਵਿੱਚ FPOs ਤਾਂ ਹੈਗੀਆਂ ਨੇ ਪਰ ਉਹ ਸਿਰਫ ਨਾਂ ਦੀਆਂ ਹੀ ਨੇ ਜੀ, ਤੇ ਉਹਨਾਂ ਨੂੰ ਵੀ ਸਰਕਾਰ ਨੂੰ ਲਾਈਕ ਸਟਰੋਂਗ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਇਦਾਂ ਦੇ ਰੂਲ ਬਣਾਉਣ ਦੀ।
ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਤੇ ਨਾ ਕਿਤੇ ਸਾਰੇ ਜਿਹੜੇ ਵਰਗ ਹੈ ਉਹਨਾਂ ਦਾ ਇਕਨੋਮਿਕ ਸਟੈਂਡਰਡ ਇਨਹਾਂਸ ਕੀਤਾ ਜਾਏ। ਹਾਲਾਂਕਿ ਅਸੀਂ ਸਰਕਾਰ ਦੀ ਇੰਟੈਂਸ਼ਨ 'ਚ ਕਦੀ ਵੀ ਡਾਊਟ ਨਹੀਂ ਕਰਦੇ, ਲੇਕਿਨ ਇਹ ਹੈ ਕਿ ਸਰਕਾਰ ਜਦੋਂ ਵੀ ਕੋਸ਼ਿਸ਼ ਕਰਦੀ ਹੈ ਤਾਂ ਉਹਦੇ ਵਿੱਚ ਕੁਝ ਨਾ ਕੁਝ ਕੋਈ ਵੀ ਕਾਨੂੰਨ ਆਪਣੇ ਆਪ 'ਚ 100% ਫੁੱਲ ਪ੍ਰੂਫ ਨਹੀਂ ਸੌਰੀ ਹੁੰਦਾ। ਸੰਜੀਵ ਜੀ, ਮੈਂ ਇੰਟਰਰਪਟ ਕਰਨਾ ਚਾਹੂੰਗੀ। ਵਾਕਈ ਸਰਕਾਰਾਂ ਹਮੇਸ਼ਾ ਮਤਲਬ ਆਪਣੀ ਮਾੜੀ ਮਨਸ਼ਾ ਨਾਲ ਕੰਮ ਨਹੀਂ ਕਰਦੀਆਂ, ਇਸ ਸਮਝਦੇ ਆ, ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਆਮ ਜਨਤਾ ਨੂੰ ਵੀ ਤਾਂ ਉਹਨਾਂ ਦੀ ਸੋਚ ਨੂੰ ਵੀ ਤਾਂ ਨਾਲ ਲੈ ਕੇ ਚੱਲਣਾ ਚਾਹੀਦਾ। ਦੇਖੋ, ਹਮੇਸ਼ਾ ਜਿਹੜੇ ਵੀ ਕਾਨੂੰਨ ਆ ਉਹਦੇ ਵਿੱਚ ਕਿਤੇ ਨਾ ਕਿਤੇ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਕਿ ਉਹਦੇ ਵਿੱਚ ਕੁਝ ਨਾ ਕੋਈ ਹੋਰ ਸੁਧਾਰ ਕੀਤਾ ਜਾ ਸਕਦਾ ਹੈ। ਸਾਡੇ ਦੇਸ਼ ਦੇ ਵਿੱਚ ਹੁਣ ਤੱਕ ਲਗਭਗ ਬਹੁਤ ਸਾਰੀਆਂ ਅਮੈਂਡਮੈਂਟਸ ਕਨਸਟੀਟਿਊਸ਼ਨ 'ਚ ਹੋ ਚੁੱਕੀਆਂ, ਸੋ ਉਹਦਾ ਇਹੀ ਹੈ ਕਿ ਇੱਕ ਸਟੈਟਿਕ ਹੈ, ਕਿਉਂਕਿ ਅਸੀਂ ਜਦੋਂ ਰੁਕ ਜਾਵਾਂਗੇ ਤਾਂ ਸ਼ਾਇਦ ਅੱਗੇ ਨਹੀਂ ਵੱਧ ਪਾਵਾਂਗੇ। ਸੋ ਜਿੱਥੇ ਜਿੱਥੇ ਕਮੀ ਲੱਗਦੀ ਹੈ, ਸਰਕਾਰ ਨੂੰ ਈਗੋਇਸਟਿਕ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਨੂੰ ਲੋਕਾਂ ਦੇ ਹਿੱਤ ਜਿਹੜੇ ਆ ਉਸ ਦੇ ਨਾਲ, ਕਿਉਂਕਿ ਲੋਕਤੰਤਰ ਦੇ ਵਿੱਚ ਤਾਂ ਹਮੇਸ਼ਾ ਲੋਕੀ ਸਰਵੋਪਰੀ ਆ, ਔਰ ਜਦੋਂ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਲੋਕਾਂ ਦੀ ਡਿਮਾਂਡ ਇਹ ਹੈ, ਲੋਕੀ ਕੀ ਚਾਹੁੰਦੇ ਨੇ, ਸੋ ਉਹ ਨਬਜ਼ ਵੀ ਸਰਕਾਰ ਨੂੰ ਦੇਖਣੀ ਚਾਹੀਦੀ। ਔਰ ਅੱਜ ਜੋ ਲੱਗ ਰਿਹਾ ਕਿ ਫਾਰਮਰਸ ਜਿਹੜੇ ਹੈ ਉਹਨਾਂ ਦੀ ਨਬਜ਼ ਸਰਕਾਰ ਨੂੰ ਕਿਤੇ ਨਾ ਕਿਤੇ ਫੀਡਬੈਕ ਸਰਕਾਰ ਵੀ ਮਿਲਦੀ ਪਈ ਹੈ ਔਰ ਇੱਕ ਕੰਪਰੋਮਾਈਜ਼ ਦੀ ਸਥਿਤੀ 'ਚ ਪਹੁੰਚਣਾ ਚਾਹੀਦਾ। ਸਰ, ਜਿਵੇਂ ਕਹਿੰਦੇ ਕਿ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਅਗਰ ਕੋਈ ਸੰਘਰਸ਼ ਉੱਠਿਆ, ਕੋਈ ਅੰਦੋਲਨ ਉੱਠਿਆ, ਇਹਨੂੰ ਲੰਬਾ ਖਿੱਚ ਦਿਓ ਤੇ ਇਹ ਕਮਜ਼ੋਰ ਹੋ ਜਾਏਗਾ। ਪਰ ਜਿਵੇਂ ਕਿਸਾਨ ਅੰਦੋਲਨ ਆ, ਜੇ ਆਪਾਂ ਦੇਖੀਏ ਜਿਵੇਂ ਜਿਵੇਂ ਵੱਧਦਾ ਜਾ ਰਿਹਾ ਹੈ ਤਾਂ ਇਹ ਸਟਰੋਂਗ ਹੁੰਦਾ ਜਾ ਰਿਹਾ, ਤੇ ਇਹਦਾ ਨਤੀਜਾ ਕੀ ਨਿਕਲ ਸਕਦਾ ਜੇ ਸਰਕਾਰ ਇੱਦਾਂ ਹੀ ਆਪਣੇ ਅੜੀਅਲ ਰਵੱਈਏ ਤੇ ਰਹਿੰਦੀ ਹੈ? ਦੇਖੋ, ਇਹ ਅੰਦੋਲਨ ਆਪਣੇ ਆਪ ਦੇ ਵਿੱਚ, ਮੈਂ ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਅੰਦੋਲਨ ਦੇ ਉੱਤੇ ਲੱਗੀਆਂ ਹੋਈਆਂ, ਔਰ ਸ਼ਾਇਦ ਸਰਕਾਰਾਂ ਨੇ ਪਹਿਲਾਂ ਗਲਤੀਆਂ ਕਰ ਵੀ ਲਈਆਂ ਕਿ ਇਸ ਅੰਦੋਲਨ ਨੂੰ ਕ੍ਰਸ਼ ਕਰਨ ਵਾਸਤੇ ਜਾਂ ਬਦਨਾਮ ਕਰਨ ਵਾਸਤੇ ਜਾਂ ਮੀਡੀਆ ਨੂੰ ਕਿਤੇ ਨਾ ਕਿਤੇ ਕੰਟਰੋਲਡ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਵੀ ਇਸਤੇਮਾਲ ਕੀਤਾ ਗਿਆ। ਖਾਲਿਸਤਾਨੀ ਜੀ, ਬਹੁਤ ਸਾਰੇ ਨਾਮ ਜਿਹੜੇ ਹੈ ਇਸ ਦੇ ਨਾਲ ਜੋੜੇ ਗਏ, ਜਿਸ ਤੋਂ ਇਹ ਕਿਸਾਨ ਅੰਦੋਲਨ ਜਿਹੜਾ ਹੈ, ਕਿਸਾਨ ਸਾਡੇ ਜਿਹੜੇ ਆਗੂ ਨੇ ਉਹ ਕਾਫੀ ਸੁਚੇਤ ਹੈਗੇ। ਉਹਨਾਂ ਨੂੰ ਪਤਾ ਕਿ ਅਸੀਂ ਜਰਾ ਵੀ ਗਲਤੀ ਕੀਤੀ ਤੇ ਸ਼ਾਇਦ ਸਰਕਾਰ ਜਿਹੜੀ ਹੈ ਸਾਡੇ ਤੇ ਹਾਵੀ ਹੋ ਜਾਏਗੀ। ਇਸੇ ਕਰਕੇ ਇਹ ਅੰਦੋਲਨ ਜਿਹੜਾ ਹੈ ਅੱਜ ਸ਼ਾਇਦ ਸਰਵਾਈਵ ਕਰ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗਦਾ ਪਿਆ ਕਿ ਸਰਕਾਰ ਦੇ ਉੱਤੇ ਇਸ ਵੇਲੇ ਕਾਫੀ ਪ੍ਰੈਸ਼ਰ ਹੈ, ਕਿਉਂਕਿ ਦਿੱਲੀ ਦੇ ਲੋਕ ਪਰੇਸ਼ਾਨ ਨੇ। ਸਰਕਾਰ ਚਾਹੇ ਉਹ ਜੋ ਮਰਜ਼ੀ ਇਹ ਮਹਿਸੂਸ ਕਰਾਏ ਕਿ ਅਸੀਂ ਬਿਲਕੁਲ ਇਸ ਮਤਲਬ ਹੈ, ਲੇਕਿਨ ਅੰਦਰੋਂ ਸਰਕਾਰ ਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਅੰਦੋਲਨ ਆ ਉਸ ਨੂੰ ਕਰਨਾ ਪਏਗਾ ਔਰ ਬਾਰਗੇਨਿੰਗ ਦੇ ਨਾਲ ਹੀ ਸਮੱਸਿਆ ਦਾ ਹੱਲ। ਪਰ ਮੋਰ ਓਵਰ ਦਿੱਲੀ ਦੇ ਲੋਕ ਪਰੇਸ਼ਾਨ ਤਾਂ ਹੈਗੇ, ਪਰ ਉਹ ਇਸ ਅੰਦੋਲਨ ਦੇ ਨਾਲ ਵੀ ਨੇ। ਆਪਾਂ ਦੇਖਦੇ ਹੀ ਹਾਂ, ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਇਹ ਚੀਜ਼ਾਂ। ਪੋਲੀਟੀਕਲ ਟਾਕਸ ਨੂੰ ਲੈ ਕੇ ਵੀ ਤੁਸੀਂ ਐਕਸਪਰਟ ਹੋ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਰਕਾਰ ਤੇ ਲਗਾਤਾਰ ਇਲਜ਼ਾਮ ਲੱਗ ਰਿਹਾ ਕਿ ਇਹ ਪੂੰਜੀਪਤੀਆਂ ਲਈ ਕੰਮ ਕਰ ਰਹੀ ਹੈ ਨਾ ਕਿ ਆਮ ਲੋਕਾਂ ਲਈ, ਇਹ ਕਿੱਥੇ ਤੱਕ ਸਹੀ ਲੱਗਦਾ? ਦੇਖੋ, ਇਸ ਦੇ ਵਿੱਚ ਇਲੈਕਸ਼ਨ ਰਿਫਾਰਮਸ ਦੀ ਸਾਡੇ ਦੇਸ਼ ਦੇ ਵਿੱਚ ਬਹੁਤ ਦੇਰ ਤੋਂ ਚਰਚਾ ਚੱਲਦੀ ਆ ਰਹੀ। ਹੁੰਦਾ ਕੀ ਹੈ ਕਿ ਸਰਕਾਰ ਜਾਂ ਪਾਰਟੀਆਂ ਨੂੰ ਇਲੈਕਸ਼ਨ ਲੜਨ ਵਾਸਤੇ ਬਹੁਤ ਸਾਰੇ ਸਰਮਾਏ ਦੇ ਬਹੁਤ ਸਾਰੇ ਪੈਸੇ ਜੋੜ ਹੁੰਦੀ ਹੈ, ਸੋ ਇਹ ਪੈਸਾ ਕਾਰਪੋਰੇਟਸ ਉਹਨਾਂ ਨੂੰ ਪ੍ਰੋਵਾਈਡ ਕਰਦੇ ਰਹੇ ਆ ਔਰ ਇਹਦੀ ਓਪਨ ਐਗਜ਼ਾਮਪਲ ਹੈ। ਹਾਲਾਂਕਿ ਇਹਨਾਂ ਨੇ ਇਲੈਕਸ਼ਨ ਬੌਂਡ ਵੀ ਪਿੱਛੇ ਜਿਹੇ ਜਾਰੀ ਕਰਨ ਦੀ ਗੱਲ ਕੀਤੀ, ਲੇਕਿਨ ਉਹ ਚੀਜ਼ ਵੀ ਸਕਸੈਸ ਹੋ ਨਹੀਂ ਸਕੀ। ਹੁਣ ਜਦੋਂ ਪੂੰਜੀਪਤੀ ਉਹਨਾਂ ਨੂੰ ਫੰਡਿੰਗ ਕਰਦੇ ਆ ਔਰ ਕਈ ਵਾਰੀ ਨੀਤੀਆਂ ਵੀ ਸਰਕਾਰ ਉਸ ਤਰੀਕੇ ਨਾਲ ਬਣਾਉਂਦੀ ਹੈ, ਤਾਂ ਉਹ ਸ਼ੱਕ ਜਿਹੜਾ ਯਕੀਨ 'ਚ ਬਦਲਦਾ ਕਿ ਸਰਕਾਰ ਜਿਹੜੀ ਹੈ ਸ਼ਾਇਦ ਪੂੰਜੀਪਤੀਆਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੀ ਪਈ। ਸੋ ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਆਮ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਔਰ ਇਲੈਕਸ਼ਨ ਦੀ ਜਿਹੜੀ ਫੰਡਿੰਗ ਆ ਉਸ ਨੂੰ ਹੋਰ ਜ਼ਿਆਦਾ ਟਰਾਂਸਪੇਰੈਂਟ ਬਣਾਉਣਾ ਪਏਗਾ ਔਰ ਲੋਕਾਂ ਨੂੰ ਆਪਣੇ ਬੰਦੇ ਜਿਹੜੇ ਆਪਣੇ ਕੈਂਡੀਡੇਟਸ ਆ ਉਹਨਾਂ ਨੂੰ ਫੰਡਿੰਗ ਵੀ ਕਰਨੀ ਪਏਗੀ ਇਲੈਕਸ਼ਨ ਦੇ, ਤਾਂ ਕਿ ਉਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੇ ਇੰਟਰਸਟ ਜਿਹੜੇ ਹੈ ਉਹਨਾਂ ਨੂੰ ਫੁੱਲਫਿਲ ਕਰ ਸਕਣ। ਸੋ ਜਦੋਂ ਕਾਰਪੋਰੇਟ ਫੰਡਿੰਗ ਕਰਨਗੇ ਤਾਂ ਇਹ ਓਬਵੀਅਸ ਗੱਲ ਹੈ ਕਿ ਉਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੇ ਹਿੱਤਾਂ ਦੀ ਕਿਤੇ ਨਾ ਕਿਤੇ ਪੂਰਤੀ ਕਰਨਗੇ, ਉਹ ਸ਼ਾਇਦ ਕਿਤੇ ਨਾ ਕਿਤੇ ਰਿਫਲੈਕਟ ਵੀ ਹੋਇਆ। ਤੇ ਜੇ ਗੱਲ ਕਰੀਏ ਆਪਾਂ ਪੰਜਾਬ ਦੀ ਰਾਜਨੀਤੀ ਦੀ, ਜਿੱਦਾਂ ਹੁਣ ਕਿਸਾਨ ਅੰਦੋਲਨ ਹੋਇਆ ਤੇ ਇਹਦੇ ਵਿੱਚ ਜਿਹੜਾ ਵੀ ਰਾਜਨੀਤਿਕ ਦਲ ਜਾਂਦਾ ਕਿਸਾਨਾਂ ਦੇ ਕੋਲ, ਉਹ ਉਹਨੂੰ ਮਤਲਬ ਉਹਦੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੇ, ਉਹਨੂੰ ਆਪਣੇ ਤੋਂ ਦੂਰ ਹੀ ਰੱਖ ਰਹੇ ਆ। ਤੇ ਕੀ ਲੱਗਦਾ ਹੈ ਕਿ ਜਿਹੜੀ 2022 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਤੇ ਇਹਨਾਂ 'ਚ ਕਿਸੇ ਪਾਰਟੀ ਦਾ ਵੀ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ? ਦੇਖੋ, ਤੁਸੀਂ ਭਵਿੱਖ ਦੀ ਗੱਲ ਕੀਤੀ ਹੈ, ਕਿਉਂਕਿ ਕਿਸਾਨ ਜਿਹੜੇ ਆ ਇਹ ਸਾਡੇ ਦੇਸ਼ ਦੀ ਇੱਕ ਬੜਾ ਦੁਰਭਾਗਿਆ ਹੈਗਾ ਕਿ ਇਸ ਵੇਲੇ ਸਾਡੇ ਕਿਸਾਨ ਜਾਂ ਆਮ ਇਨਸਾਨ ਜਿਹੜਾ ਉਸ ਨੂੰ ਕਿਸੇ ਵੀ ਪਾਰਟੀ 'ਤੇ ਯਕੀਨ ਨਹੀਂ ਰਿਹਾ। ਉਸ ਨੂੰ ਲੱਗਦਾ ਕਿ ਸ਼ਾਇਦ ਤੁਸੀਂ ਅਗਰ ਮੈਨੀਫੈਸਟੋ ਦੇਖੋਗੇ ਤਾਂ ਅਗਰ A ਪਾਰਟੀ ਜਾਂ B ਪਾਰਟੀ ਜਾਂ C ਪਾਰਟੀ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਨੇ
ਇਹਨਾਂ ਕਿਸਾਨ ਸੁਧਾਰ ਜਿਹੜੇ ਕਾਨੂੰਨ ਹੈ ਇਹਨਾਂ ਦੀ ਵਕਾਲਤ ਕੀਤੀ ਔਰ ਸਮੇਂ-ਸਮੇਂ ਸਿਰ ਉਹਦੇ ਉੱਤੇ ਕੰਮ ਵੀ ਕੀਤਾ। ਸੋ ਅਗਰ ਇੱਕ ਪਾਰਟੀ ਪਾਵਰ 'ਚ ਹੁੰਦੀ ਹੈ ਤਾਂ ਉਹ ਦੂਸਰੀ ਪਾਰਟੀ ਉਸ ਦਾ ਵਿਰੋਧ ਕਰਦੀ ਹੈ। ਸੇਮ ਕਾਨੂੰਨ ਜਿਹੜੇ ਹੈ ਉਹ ਭਾਜਪਾ ਵਾਲੇ ਜਦੋਂ ਕਾਂਗਰਸ ਲੈ ਕੇ ਆ ਰਹੀ ਸੀ ਤਾਂ ਵਿਰੋਧ ਕਰਦੇ ਸੀ, ਅੱਜ ਜਦੋਂ ਭਾਜਪਾ ਕਰ ਰਹੀ ਹੈ ਤਾਂ ਕਾਂਗਰਸ ਉਹਦਾ ਵਿਰੋਧ ਕਰ ਰਿਹਾ। ਸੋ ਆਮ ਜਨਮਾਨਸ ਦਾ, ਕਿਸਾਨਾਂ ਦਾ ਜਿਹੜਾ ਕਿਤੇ ਨਾ ਕਿਤੇ ਵਿਸ਼ਵਾਸ ਹੈ ਉਹ ਸਰਕਾਰਾਂ ਤੋਂ ਉੱਠਦਾ ਜਾ ਰਿਹਾ, ਜਿਹੜਾ ਦੁਰਭਾਗਿਆ ਦਾ ਕਾਰਨ ਹੈ। ਸੋ ਸਮੇਂ ਰਹਿੰਦੇ ਸਰਕਾਰਾਂ ਨੂੰ ਇਹਦੇ ਉੱਤੇ ਕੰਮ ਕਰਨਾ ਪਏਗਾ, ਲੋਕਾਂ ਦਾ ਵਿਸ਼ਵਾਸ ਜਿੱਤਣਾ ਪਏਗਾ, ਤਾਂ ਹੀ ਸਰਕਾਰਾਂ ਜਿਹੜੀਆਂ ਉਹ ਕਾਮਯਾਬ ਹੋਣਗੀਆਂ। 22 ਦੇ ਇਲੈਕਸ਼ਨ ਸ਼ਾਇਦ ਇਸ ਚੀਜ਼ ਦਾ ਇੱਕ ਰਿਫਲੈਕਸ਼ਨ ਜਿਹੜਾ ਸਾਨੂੰ ਨਜ਼ਰ ਆਏਗਾ ਕਿਉਂਕਿ ਲੱਗਦਾ ਕਿ ਕੋਈ ਹੋਰ ਵਿਕਲਪ ਹੋ ਸਕਦਾ ਨਿਕਲ ਕੇ ਸਾਹਮਣੇ ਆਵੇ ਔਰ ਨਿਕਲਣਾ ਵੀ ਚਾਹੀਦਾ ਜੀ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਸਰਕਾਰ ਸੱਤਾ 'ਚ ਹੁੰਦੀ ਆ ਉਹ ਰੂਲ ਲੈ ਕੇ ਆਉਂਦੀ ਆ, ਦੂਜੀ ਓਪੋਜ਼ ਕਰਦੀ ਆ, ਤੇ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਸੁਸ਼ਮਾ ਸਵਰਾਜ ਜੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਅਪੋਜ਼ ਕੀਤਾ ਸੀ। ਬਹੁਤ ਸਾਰੇ ਲੀਡਰਸ ਉਹਨਾਂ ਦੇ ਸਟੇਟਮੈਂਟਸ ਕਾਂਗਰਸ ਲੈ ਕੇ ਆਏ ਸੀ। ਅੱਜ ਦਾ ਜਿਹੜਾ ਸਮਾਂ ਉਹ ਡਿਜੀਟਲ ਯੁੱਗ ਹੈਗਾ, ਇਹਦੇ ਵਿੱਚ ਪੁਰਾਣੇ ਵੀਡੀਓਜ਼ ਜਿਹੜੇ ਉਹ ਸਾਡੇ ਸਾਹਮਣੇ ਆ ਜਾਂਦੇ ਔਰ ਈਵਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਵੀਡੀਓ ਜਿਹੜੇ ਆ ਜਦੋਂ ਗੁਜਰਾਤ ਦੇ ਸੀਐਮ ਸੀਗੇ ਤਾਂ ਸ਼ਾਇਦ ਉਹਨਾਂ ਨੇ ਵੀ ਇਹਨਾਂ ਬਿੱਲਾਂ ਦੇ ਉੱਤੇ ਜਾਂ GST ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਸਟੇਟਮੈਂਟਸ ਦਿੱਤੀਆਂ ਸੀ ਕਿ ਗਲਤ ਹੈ ਔਰ ਖੁਦ ਉਹਨਾਂ ਚੀਜ਼ਾਂ ਨੂੰ ਤੁਸੀਂ ਲਾਗੂ ਕੀਤਾ। ਸੋ ਇਹ ਇੱਕ ਓਪਨ ਸੱਚ ਹੈ ਕਿ ਜਦੋਂ ਅਸੀਂ ਪਾਵਰ 'ਚ ਹੁੰਦੇ ਹਾਂ ਤਾਂ ਅਸੀਂ ਉਸ ਚੀਜ਼ ਦੇ ਖਿਲਾਫ ਬੋਲਦੇ ਹਾਂ ਔਰ ਜਦੋਂ ਅਸੀਂ ਅਪੋਜੀਸ਼ਨ 'ਚ ਹੁੰਦੇ ਹਾਂ ਤਾਂ ਅਸੀਂ ਦੂਸਰੇ ਤਰੀਕੇ ਦੇ ਨਾਲ ਗੱਲ ਕਰਦੇ ਹਾਂ। ਸੰਜੀਵ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਸ਼ੋਅ ਵਿੱਚ ਆਏ ਔਰ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਕਿ ਕਿਹੜੀ ਚੀਜ਼ ਸਾਡੇ ਲਈ ਸਹੀ ਹੈ, ਅੱਗੇ ਸੋਚਣਾ ਤਾਂ ਉਹਨਾਂ ਦੇ ਉੱਤੇ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਦਰਸ਼ਕੋ, ਤੁਸੀਂ ਇਹ ਵਿਚਾਰ ਚਰਚਾ ਸੁਣੀ, ਸੰਜੀਵ ਕੁਮਾਰ ਜੀ ਦੇ ਵਿਚਾਰ ਵੀ ਸੁਣੇ, ਤੇ ਇੱਥੇ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਸਾਨੂੰ ਆਮ ਲੋਕਾਂ ਨੂੰ ਅਵੇਅਰ ਹੋਣਾ ਪਏਗਾ ਆਪਣੇ ਹੱਕਾਂ ਲਈ, ਆਪਣੇ ਰਾਈਟਸ ਲਈ। ਤੇ ਇਹ ਇੱਕ ਸੰਘਰਸ਼ ਚੱਲ ਰਿਹਾ ਹੈ ਜਿਹੜਾ ਕਿਸਾਨ ਅੰਦੋਲਨ, ਪਰ ਇਹ ਜੇ ਪਤਾ ਨਹੀਂ ਸਾਨੂੰ ਕਿੰਨੇ ਸੰਘਰਸ਼ ਕਰਨੇ ਪੈਣਗੇ ਜੇ ਅਸੀਂ ਆਪਣੀ ਹੋਂਦ ਬਚਾਉਣੀ ਹੈ। ਸਿਰਫ ਕਿਸਾਨਾਂ ਨੇ ਨਹੀਂ, ਹਰ ਆਮ ਆਦਮੀ ਨੇ। ਸੋ ਹਰ ਇੱਕ ਇਨਸਾਨ ਨੂੰ ਅਵੇਅਰ ਹੋਣਾ ਪਏਗਾ ਆਪਣੇ ਹੱਕਾਂ ਲਈ ਤੇ ਇਕੱਠੇ ਹੋਣਾ ਪਵੇਗਾ। ਜਦ ਤੱਕ ਅਸੀਂ ਅਵੇਅਰ ਨਹੀਂ ਹੋਵਾਂਗੇ, ਇਕੱਠੇ ਨਹੀਂ ਹੋਵਾਂਗੇ, ਅਸੀਂ ਆਪਣੇ ਹੱਕ ਨਹੀਂ ਲੈ ਸਕਦੇ। ਇਸੇ ਸੋਚ ਨਾਲ ਅਸੀਂ ਅੱਜ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤਾਂ ਕਿ ਤੁਸੀਂ ਸੋਚਣਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਸੰਘਰਸ਼ ਕਰਨਾ ਹੈ ਤੇ ਕਿਵੇਂ ਆਪਣੇ ਹੱਕਾਂ ਦੀ ਪੂਰਤੀ ਕਰਨੀ ਹੈ। ਮਿਲਾਂਗੇ ਅਗਲੇ ਕਿਸੇ ਵੀਡੀਓ ਦੇ ਵਿੱਚ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।